So hello students, once again welcome back to IELTS YouTube channel। ये जिंदा है, इसी का देखो ये जिंदा है। ਅੱਜ ਦੀ ਵੀਡੀਓ ਪਹਿਲਾਂ ਵਾਲੀ ਵੀਡੀਓ ਤਰ੍ਹਾਂ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਆਪਾਂ ਲੈ ਕੇ ਆਏ ਹਾਂ ਜੀ ਐਸੀਆਂ ਟੈਂਪਲੇਟਸ ਰਾਈਟਿੰਗ ਟਾਸਕ 2 ਦੀਆਂ ਜਿਹਨੂੰ ਜੇ ਤੁਸੀਂ ਯੂਜ਼ ਕਰੋਗੇ ਤਾਂ 7 ਬੈਂਡ ਸਕੋਰ ਬੜੇ ਈਜ਼ੀਲੀ ਅਚੀਵ ਕਰ ਸਕਦੇ ਹੋ ਆਪਣੀ ਰਾਈਟਿੰਗ ਮੋਡਿਊਲ ਵਿੱਚ। ਕਾਫੀ ਸਾਰੇ ਬੱਚੇ ਹੁੰਦੇ ਆ ਜੋ ਰੀਡਿੰਗ ਵੀ ਕਰ ਲੈਂਦੇ ਆ, ਲਿਸਨਿੰਗ ਵੀ ਕਰ ਲੈਂਦੇ ਆ, ਸਪੀਕਿੰਗ ਵੀ ਕਰ ਲੈਂਦੇ ਆ, ਬਟ ਉਹਨਾਂ ਨੂੰ ਰਾਈਟਿੰਗ 'ਚ ਕਾਫੀ ਪ੍ਰੋਬਲਮਸ ਹੁੰਦੀਆਂ। ਹਾਲਾਂਕਿ ਹਰ ਬੱਚੇ ਦੀ ਆਪਦੀ ਵੀਕਨੈਸ ਹੁੰਦੀ ਹੈ, ਬਟ ਰਾਈਟਿੰਗ ਮੋਡਿਊਲ ਇੱਕ ਐਸਾ ਮੋਡਿਊਲ ਹੈ ਜਿਹਦੀ ਪ੍ਰੈਕਟਿਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਇਸ ਲਈ ਅੱਜ ਆਪਾਂ ਉਹਨਾਂ ਬੱਚਿਆਂ ਦੀ ਹੈਲਪ ਕਰਨ ਲਈ ਇੱਕ ਟੈਂਪਲੇਟਸ ਲੈ ਕੇ ਆਏ ਹਾਂ, ਕੁਛ ਟੈਂਪਲੇਟਸ ਜਿਹਨੂੰ ਜੇ ਤੁਸੀਂ ਸਮਝ ਕੇ ਬੜੇ ਵਧੀਆ ਤਰੀਕੇ ਨਾਲ ਯੂਜ਼ ਕਰਦੇ ਹੋ ਤਾਂ ਹੋਪਫੁਲੀ ਤੁਹਾਡੇ 7 ਜਾਂ 7+ ਬੜੇ ਈਜ਼ੀਲੀ ਆ ਜਾਣਗੇ। ਸੋ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਕਿ ਤੁਹਾਨੂੰ ਪਤਾ ਚੱਲ ਜਾਏ ਕਿ ਕਿਹੜੀ ਟੈਂਪਲੇਟ ਦਾ ਮੀਨਿੰਗ ਕੀ ਹੈ ਤੇ ਉਹਨਾਂ ਨੂੰ ਕਿੱਦਾਂ ਯੂਜ਼ ਕਰਨਾ ਹੈ। ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਸਟਾਰਟ ਦਾ ਵੀਡੀਓ। ਉਸ ਤੋਂ ਪਹਿਲੇ ਦੱਸ ਦੇ ਕਿ ਇਹਨਾਂ ਵੀਡੀਓਜ਼ ਦੀ ਇੱਕ ਸੀਰੀਜ਼ ਹੈ, ਠੀਕ ਹੈ, ਜਿਹਦੇ ਵਿੱਚ ਇੰਟਰੋ ਦੇ ਟੈਂਪਲੇਟਸ ਹੋਣਗੀਆਂ। ਅੱਜ ਦੀ ਵੀਡੀਓ ਸਿਰਫ ਇੰਟਰੋ ਦੀਆਂ ਟੈਂਪਲੇਟਸ ਹੀ ਪ੍ਰੋਵਾਈਡ ਕੀਤੀਆਂ ਜਾਣਗੀਆਂ। ਆਉਣ ਵਾਲੇ ਵੀਡੀਓਜ਼ ਵਿੱਚ ਬੋਡੀ ਪੈਰਾਗ੍ਰਾਫ 1, 2, 3 ਐਂਡ ਕਨਕਲੂਜਨ ਦੀਆਂ ਟੈਂਪਲੇਟਸ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਜੇ ਤੁਸੀਂ ਵਧੀਆ ਯੂਜ਼ ਕਰੋਗੇ ਤਾਂ ਤੁਹਾਡੇ ਬਹੁਤ ਅੱਛੇ ਤੁਹਾਡੇ ਡਿਜ਼ਾਇਰਡ ਬੈਂਡ ਸਕੋਰ ਤੁਹਾਡੇ ਰਾਈਟਿੰਗ ਮੋਡਿਊਲ ਵਿੱਚ ਬੜੇ ਈਜ਼ੀਲੀ ਆ ਜਾਣਗੇ। ਬਟ ਐਜ਼ ਇਟ ਇਜ਼ ਸੈਡ, ਜਿਵੇਂ ਕਿ ਕਹਿੰਦੇ ਆ ਕਿ ਪ੍ਰੈਕਟਿਸ ਮੇਕਸ ਦ ਮੈਨ ਪਰਫੈਕਟ, ਪ੍ਰੈਕਟਿਸ ਬਹੁਤ ਜ਼ਰੂਰੀ ਹੈ। ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਸਟਾਰਟ ਦਾ ਵੀਡੀਓ। ਸਭ ਤੋਂ ਪਹਿਲੀ ਟੈਂਪਲੇਟ ਜੋ ਆਪਣੀ ਹੈਗੀ ਆ ਉਹ ਹੈ ਜੀ ਓਪੀਨੀਅਨ ਬੇਸਡ ਐਸੇ ਲਈ, ਠੀਕ ਹੈ। ਇਹਨੂੰ ਰੀਡ ਕਰੋ। ਇਨ ਦ ਰੈਲਮ ਆਫ ਪਬਲਿਕ ਡਿਸਕੋਰਸ ਓਪੀਨੀਅਨਸ ਹੋਲਡ ਇਮੈਂਸ ਪਾਵਰ। In the recent years, several debates have begun in the matter of dash. Several individuals firmly believe that dash, while some oppose this notion and say या फिर claim that dash। ਸਰ ਹੁਣ ਇਹਦਾ ਕੀ ਮਤਲਬ ਹੈ? ਸਰ ਬੋਲ ਤਾਂ ਦਿੱਤਾ, ਬਟ ਇਹਦਾ ਐਗਜ਼ੈਕਟ ਮੀਨਿੰਗ ਕੀ ਹੈ? ਇਹਨੂੰ ਯੂਜ਼ ਕਿੱਦਾਂ ਕਰਨਾ, ਲਿਖਣਾ ਕੀ ਹੈ ਇਹਦੇ 'ਚ, ਇਹਨੂੰ ਯੂਜ਼ ਕਿੱਦਾਂ ਕਰਾਂਗੇ, ਇਹਦੇ 'ਚ ਇਨਫੋਰਮੇਸ਼ਨ ਕਿਹੜੀ, ਬਲੈਂਕ 'ਚ ਕਿਹੜੀ ਇਨਫੋਰਮੇਸ਼ਨ ਆਊਗੀ? ਸਰ ਟੈਨਸ਼ਨ ਨਾ ਲਓ, ਸਭ ਕੁਝ ਦੱਸਾਂਗੇ, ਬਟ ਉਸ ਤੋਂ ਪਹਿਲੇ ਚੱਲਦੇ ਹਾਂ ਇਹਦੀ ਟਰਾਂਸਲੇਸ਼ਨ 'ਤੇ। ਇਹਨੂੰ ਪੰਜਾਬੀ 'ਚ ਟਰਾਂਸਲੇਟ ਕਰਕੇ ਦੱਸਦੇ ਹਾਂ ਕਿ ਸਰ ਇਹਦਾ ਮੀਨਿੰਗ ਹੈ ਕੀ। ਪੜ੍ਹ ਤਾਂ ਲਿਆ, ਬਟ ਕਾਫੀ ਸਾਰੇ ਬੱਚਿਆਂ ਨੂੰ ਸ਼ਾਇਦ ਸਮਝ ਹੀ ਨਾ ਆਇਆ ਕਿ ਇਹਦਾ ਮੀਨਿੰਗ ਹੈਗਾ ਕੀ ਹੈ, ਠੀਕ ਹੈ। ਇਹਦੀ ਟਰਾਂਸਲੇਸ਼ਨ ਵੇਖੋ ਜੀ। ਇਨ ਦ ਰੈਲਮ ਆਫ ਪਬਲਿਕ ਡਿਸਕੋਰਸ ਓਪੀਨੀਅਨਸ ਹੋਲਡ ਇਮੈਂਸ ਪਾਵਰ। ਇਹਦਾ ਕੀ ਮਤਲਬ ਹੈ? ਜਨਤਕ ਭਾਸ਼ਣ ਦੇ ਖੇਤਰ ਵਿੱਚ ਰਾਏ ਬਹੁਤ ਸ਼ਕਤੀ ਰੱਖਦੇ ਹਨ। ਜਨਤਕ ਭਾਸ਼ਣ ਦੇ ਖੇਤਰ ਮਤਲਬ ਇੱਕ ਐਸੀ ਸੁਸਾਇਟੀ ਜਾਂ ਫਿਰ ਇੱਕ ਐਸੀ ਸੁਸਾਇਟੀ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਲੋਕ ਅਲੱਗ-ਅਲੱਗ ਚੀਜ਼ਾਂ ਬਾਰੇ ਡਿਸਕਸ਼ਨ ਕਰਦੇ ਆ, ਜਾਂ ਫਿਰ ਲੋਕ ਆਪਦੀ ਰਾਏ ਰੱਖਦੇ ਆ ਅਲੱਗ-ਅਲੱਗ ਚੀਜ਼ਾਂ 'ਤੇ। ਲੋਕ ਆਪਦੇ ਪੁਆਇੰਟ ਜਾਂ ਆਪਦੀਆਂ ਮਾਈਂਡ ਸੈਟ ਜਾਂ ਕੋਈ ਵੀ ਆਪਦੇ ਥੋਟਸ ਨੂੰ ਡਿਸਕਸ ਕਰਦੇ ਆ, ਉਹਨੂੰ ਕਹਿੰਦੇ ਆ ਜਨਤਕ ਭਾਸ਼ਣ ਦਾ ਖੇਤਰ। ਜਿੱਥੇ ਲੋਕ ਅਲੱਗ-ਅਲੱਗ ਚੀਜ਼ਾਂ ਬਾਰੇ ਡਿਸਕਸ਼ਨ ਕਰਦੇ ਆ, ਉੱਥੇ ਰਾਏ ਬਹੁਤ ਸ਼ਕਤੀ ਰੱਖਦੇ ਹਨ, ਠੀਕ ਹੈ। ਉੱਥੇ ਇੱਕ ਬੰਦੇ ਦੀ ਜਾਂ ਇੱਕ ਇਨਸਾਨ ਦੀ ਰਾਏ ਬਹੁਤ ਜ਼ਿਆਦਾ ਸ਼ਕਤੀ ਰੱਖਦੀ ਹੈ, ਠੀਕ ਹੈ। ਹਾਲ ਹੀ ਦੇ ਸਾਲਾਂ ਵਿੱਚ ਇਨ ਰੀਸੈਂਟ ਈਅਰਸ ਸੈਵਰਲ ਡਿਬੇਟਸ ਹੈਵ ਬਿਗਨ ਇਨ ਦਾ ਮੈਟਰ ਆਫ ਡੈਸ਼। ਡੈਸ਼ ਦੇ ਮਾਮਲੇ ਵਿੱਚ ਕਈ ਬਹਿਸਾਂ ਸ਼ੁਰੂ ਹੋ ਗਈਆਂ ਹਨ। ਹੁਣ ਪਹਿਲੀ ਡੈਸ਼ ਆ ਗਈ ਜੀ, ਇੱਥੇ ਕੀ ਇਨਫੋਰਮੇਸ਼ਨ ਆਏਗੀ? ਪਹਿਲੀ ਡੈਸ਼ ਵਿੱਚ ਆਏਗਾ ਆਪਣਾ ਕੋਰ ਟੌਪਿਕ, ਠੀਕ ਹੈ ਜੀ। ਕੋਰ ਟੌਪਿਕ ਕੀ ਹੁੰਦਾ ਹੈ? ਕਾਫੀ ਸਾਰੇ ਬੱਚਿਆਂ ਨੂੰ ਪਤਾ ਹੋਊਗਾ, ਬਟ ਜਿਹਨਾਂ ਨੂੰ ਨਹੀਂ ਪਤਾ ਮੈਂ ਦੱਸਦਾ। ਕੋਰ ਟੌਪਿਕ ਹੁੰਦਾ ਹੈ ਇੱਕ ਬੇਸਿਕ ਪੁਆਇੰਟ ਜਿਹਦੇ ਬਾਰੇ ਓਪੀਨੀਅਨ ਬੇਸਡ ਵਿੱਚ ਗੱਲ ਕੀਤੀ ਜਾ ਰਹੀ ਹੈ। ਦੇਖੋ ਬੱਚਿਆਂ, ਤੁਹਾਨੂੰ ਪਤਾ ਹੋਣਾ ਹੈ ਕਿ ਓਪੀਨੀਅਨ ਬੇਸਡ ਵਿੱਚ 2 ਪੁਆਇੰਟ ਦਿੱਤੇ ਹੁੰਦੇ ਆ ਜਾਂ 2 ਗੱਲਾਂ ਦਿੱਤੀਆਂ ਹੁੰਦੀਆਂ ਇੱਕੋ ਪੁਆਇੰਟ ਉੱਪਰ, ਜਾਂ ਦੋ ਚੀਜ਼ਾਂ ਡਿਸਕਸ ਕਰਨੀਆਂ ਹੁੰਦੀਆਂ ਆਪਾਂ, ਤੇ ਐਂਡ 'ਤੇ ਆਪਾਂ ਨੂੰ ਆਪਦਾ ਓਪੀਨੀਅਨ ਦੇਣਾ ਹੁੰਦਾ, ਠੀਕ ਹੈ। ਉਹ ਜੋ ਇੱਕ ਮੇਨ ਪੁਆਇੰਟ ਹੁੰਦਾ ਹੈ ਨਾ ਪੂਰੇ ਕੁਐਸਚਨ ਦਾ, ਉਹਨੂੰ ਕਹਿੰਦੇ ਆ ਕੋਰ ਟੌਪਿਕ, ਠੀਕ ਹੈ। ਜੇ ਤੁਸੀਂ ਸਟਰਕਚਰ ਨਹੀਂ ਦੇਖਿਆ ਕਿ ਰਾਈਟਿੰਗ ਦਾ ਸਟਰਕਚਰ ਕੀ ਹੁੰਦਾ ਜਾਂ ਕਿੰਨੀਆਂ ਟਾਈਪਸ ਦੇ ਹੁੰਦੇ ਆ ਰਾਈਟਿੰਗ ਟਾਸਕ 2, ਤਾਂ ਮੈਂ ਡਿਸਕ੍ਰਿਪਸ਼ਨ 'ਚ ਇੱਕ ਵੀਡੀਓ ਦੇ ਰਿਹਾ, ਉਹਨੂੰ ਜਾ ਕੇ ਦੇਖੋ, ਤੁਹਾਨੂੰ ਸਮਝ ਲੱਗ ਜਾਏਗੀ ਕਿ ਕਿੰਨੀਆਂ ਟਾਈਪਸ ਦੇ ਹੁੰਦੇ ਆ ਅਤੇ ਕਿਹੜੇ ਰਾਈਟਿੰਗ ਟਾਸਕ 2 ਵਿੱਚ ਕੀ ਹੁੰਦਾ ਅਤੇ ਰਾਈਟਿੰਗ ਟਾਸਕ 2 ਕਿੰਨੀਆਂ ਟਾਈਪਸ ਦਾ ਹੁੰਦਾ, ਠੀਕ ਹੈ ਜੀ। ਸੋ ਇਸ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਉਸ ਵੀਡੀਓ ਨੂੰ ਜਾ ਕੇ ਦੇਖੋ, ਤੁਹਾਨੂੰ ਪੂਰੀ ਸਮਝ ਲੱਗ ਜੂਗੀ ਕਿ ਰਾਈਟਿੰਗ ਟਾਸਕ 2 ਵਿੱਚ ਕੀ ਹੁੰਦਾ ਅਤੇ ਕੀ ਨਹੀਂ ਹੁੰਦਾ, ਕਿੰਨੇ ਟਾਈਪਸ ਦਾ ਹੁੰਦਾ ਅਤੇ ਕੀ ਫਰਕ ਹੁੰਦਾ, ਠੀਕ ਹੈ। ਓਪੀਨੀਅਨ ਬੇਸਡ ਵਿੱਚ 2 ਚੀਜ਼ਾਂ ਹੁੰਦੀਆਂ, 2 ਸੈਂਟੈਂਸ ਹੁੰਦੇ ਆ ਜਾਂ 2 ਓਪੀਨੀਅਨ ਦਿੱਤੇ ਹੁੰਦੇ ਆ, ਅਤੇ ਆਪਾਂ ਉਹਨਾਂ ਨੂੰ ਡਿਸਕਸ ਕਰਕੇ ਲਾਸਟ 'ਤੇ ਆਪਦਾ ਓਪੀਨੀਅਨ ਦੇਣਾ ਹੁੰਦਾ ਕਿ ਹਾਂਜੀ ਆਹ ਸਭ ਤਾਂ ਠੀਕ ਹੈ, ਮੈਂ ਦੋਨਾਂ ਗੱਲਾਂ ਡਿਸਕਸ ਕਰਤਾ, ਬਟ ਮੇਰੀ ਰਾਏ ਆਹ ਹੈਗੀ ਆ, ਮੇਰਾ ਇਹ ਓਪੀਨੀਅਨ ਹੈਗਾ। ਚਲੋ ਐਨੀਵੇਜ਼ ਆਪਾਂ ਪਹਿਲਾਂ ਇਹਨੂੰ ਡਿਸਕਸ ਕਰਦੇ ਹਾਂ ਕਿ ਕੀ ਹੁੰਦਾ। ਤੁਸੀਂ ਜੇ ਉੱਥੇ ਜਾ ਕੇ ਵੇਖੋਗੇ ਵੀਡੀਓ ਵਿੱਚ ਤਾਂ ਤੁਹਾਨੂੰ ਸਾਰੀ ਸਮਝ ਲੱਗ ਜੂਗੀ ਕਿ ਓਪੀਨੀਅਨ ਬੇਸਡ ਇਫੈਕਟ ਬੇਸਡ ਕੀ ਹੁੰਦਾ ਅਤੇ ਕਿੰਨੀਆਂ ਟਾਈਪਸ ਦੇ ਹੁੰਦੇ ਆ ਅਤੇ ਉਹਨਾਂ ਵਿੱਚ ਕੀ ਹੁੰਦਾ, ਠੀਕ ਹੈ। ਇਹਨੂੰ ਕੰਟੀਨਿਊ ਕਰਦੇ ਹਾਂ। ਹਾਲ ਹੀ ਦੇ ਸਾਲਾਂ ਵਿੱਚ ਡੈਸ਼ ਦੇ ਮਾਮਲੇ ਵਿੱਚ ਕਈ ਬਹਿਸਾਂ ਸ਼ੁਰੂ ਹੋ ਗਈਆਂ ਹਨ। ਅੱਗੇ ਕੀ ਹੈ? ਸੈਵਰਲ ਇੰਡੀਵਿਜੂਅਲਸ ਫਰਮਲੀ ਬਲੀਵ ਦੈਟ ਡੈਸ਼। ਕਈ ਵਿਅਕਤੀ ਦ੍ਰਿੜਤਾ ਨਾਲ ਵਿਸ਼ਵਾਸ ਕਰਦੇ ਹਨ ਕਿ ਡੈਸ਼, ਠੀਕ ਹੈ। ਇਹ ਜੋ ਡੈਸ਼ ਹੈ ਇੱਥੇ ਆਪਣਾ ਫੋਰਮਰ ਨੋਸ਼ਨ ਮੀਨਸ ਜੋ ਆਪਣਾ ਪਹਿਲਾ ਪੁਆਇੰਟ ਆਪਾਂ ਦਿੱਤਾ ਹੋਏਗਾ ਕੁਐਸਚਨ ਵਿੱਚ ਉਹ ਆਊਗਾ, ਉਹ ਆਪਣਾ ਪਹਿਲੀ ਬਲੈਂਕ ਵਿੱਚ ਆਊਗਾ। ਡਾਇਰੈਕਟਲੀ ਨਹੀਂ ਲਿਖਣਾ, ਪੈਰਾਫਰੇਜ਼ ਕਰਕੇ ਜਾਂ ਫਿਰ ਸਿਨੋਨੀਅਮ ਯੂਜ਼ ਕਰਕੇ ਲਿਖਣਾ।
ਜੇ ਤੁਹਾਨੂੰ ਸਮਝ ਨਹੀਂ ਆ ਰਹੀ ਤਾਂ ਅੱਗੇ ਐਗਜ਼ਾਮਪਲ ਦੇ ਕੇ ਵੀ ਸਮਝਾਇਆ ਹੋਇਆ ਵੀਡੀਓ 'ਚ, ਅੱਗੇ ਦੀ ਐਗਜ਼ਾਮਪਲ ਦੇ ਕੇ ਸਮਝਾਵਾਂਗੇ ਵਿਦ ਕੁਐਸਚਨ ਕਿ ਇੱਕ ਕਿਸੇ ਵੀ ਕੁਐਸਚਨ ਜਾਂ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਆਉਂਦਾ ਹੈ ਤਾਂ ਕਿਹੜੀ ਬਲੈਂਕ ਵਿੱਚ ਉਹਦੇ ਅਕੋਰਡਿੰਗ ਕੀ ਇਨਫੋਰਮੇਸ਼ਨ ਫਿਲ ਕਰਨੀ ਹੈ। ਠੀਕ ਹੈ ਜੀ। ਅੱਗੇ ਕੀ ਹੈ, ਵਾਈਲ ਸਮ ਓਪੋਜ਼ ਦਿਸ ਨੋਸ਼ਨ ਐਂਡ ਸੇ ਜਾਂ ਕਲੇਮ ਦੈਟ ਡੈਸ਼, ਜਦ ਕਿ ਕੁਝ ਲੋਕ ਇਸ ਧਾਰਨਾ ਦਾ ਵਿਰੋਧ ਕਰਦੇ ਹਨ ਅਤੇ ਕਹਿੰਦੇ ਹਨ ਜਾਂ ਫਿਰ ਦਾਅਵਾ ਕਰਦੇ ਹਨ ਕਿ ਡੈਸ਼। ਹੁਣ ਇੱਥੇ ਆਪਣਾ ਸੈਕਿੰਡ ਪੁਆਇੰਟ ਆਏਗਾ ਤਾਂ ਉਸ ਤੋਂ ਬਾਅਦ ਆ ਜਾਏਗੀ ਆਪਣੀ ਥੀਸਿਸ। ਠੀਕ ਹੈ ਜੀ ਸਰ, ਸਮਝ ਲੱਗ ਗਈ, ਟ੍ਰਾਂਸਲੇਸ਼ਨ ਹੋ ਗਈ, ਟੈਂਪਲੇਟ ਪੜ੍ਹ ਲਈ। ਠੀਕ ਹੈ, ਇਹਦਾ ਸਕਰੀਨਸ਼ਾਟ ਲੈ ਲਓ ਬੱਚਿਓ, ਸਕਰੀਨਸ਼ਾਟ ਲੈ ਲਓ ਕਿਉਂਕਿ ਹੋ ਸਕਦਾ ਕਿ ਤੁਹਾਨੂੰ ਟ੍ਰਾਂਸਲੇਸ਼ਨ ਭੁੱਲ ਜੇ। ਸੋ ਅੱਗੇ ਐਗਜ਼ਾਮਪਲ 'ਚ ਦੇਖੋ, ਹੁਣ ਐਗਜ਼ਾਮਪਲ ਦਾ ਵੀ ਸਕਰੀਨਸ਼ਾਟ ਜ਼ਰੂਰ ਲੈਣਾ। ਠੀਕ ਹੈ, ਹੁਣ ਇਹਨੂੰ ਟੈਂਪਲੇਟ ਨੂੰ ਯੂਜ਼ ਕਿੱਦਾਂ ਕਰਨਾ ਹੈ। ਕੁਐਸਚਨ ਪੜ੍ਹੋ, some people believe that international trade and communication with other countries is a positive trend while others think it is harmful to nations and they might lose their identities। ਹੁਣ ਦੇਖੋ ਇੱਥੇ ਆਪਣਾ ਕੋਰ ਟੌਪਿਕ ਲੱਭੋ ਜੀ। ਕੋਰ ਟੌਪਿਕ ਕੀ ਹੈਗਾ ਇੱਥੇ? ਆਪਣਾ ਕੋਰ ਟੌਪਿਕ ਕੀ ਹੈਗਾ ਇੱਥੇ? ਆਪਣਾ ਕੋਰ ਟੌਪਿਕ ਹੈਗਾ ਇੰਟਰਨੈਸ਼ਨਲ ਟ੍ਰੇਡ ਐਂਡ ਕਮਿਊਨੀਕੇਸ਼ਨ। ਦੇਖੋ ਇਹਦੇ ਬਾਰੇ ਹੀ ਦੋਨੋਂ ਪੁਆਇੰਟ ਦਿੱਤੇ ਹੋਏ ਆ। some people believe that international trade and communication with other countries is a positive trend। ਕੁਛ ਲੋਕ ਕਹਿੰਦੇ ਆ ਕਿ ਇੰਟਰਨੈਸ਼ਨਲ ਟ੍ਰੇਡ ਐਂਡ ਕਮਿਊਨੀਕੇਸ਼ਨ ਜੋ ਹੋ ਰਹੀ ਹੈ ਅੱਜ ਕੱਲ੍ਹ ਉਹ ਇੱਕ ਪੋਜ਼ਿਟਿਵ ਟ੍ਰੈਂਡ ਹੈ, ਜਦ ਕਿ ਕੁਛ ਲੋਕ ਕਹਿੰਦੇ ਆ ਕਿ ਇਹ ਹਾਰਮਫੁਲ ਹੈ ਨੇਸ਼ਨਸ ਲਈ ਐਂਡ ਨੇਸ਼ਨਸ ਮਾਈਟ ਲੂਜ਼ ਦੇਅਰ ਆਈਡੈਂਟੀਟੀ। ਵੇਖੋ ਹੁਣ ਗੱਲ ਤਾਂ ਸਿਰਫ ਇੰਟਰਨੈਸ਼ਨਲ ਟ੍ਰੇਡ ਐਂਡ ਕਮਿਊਨੀਕੇਸ਼ਨ ਦੀ ਹੀ ਹੋ ਰਹੀ ਹੈ ਨਾ ਦੋਨੋਂ ਜਗ੍ਹਾ, ਤਾਂ ਕਰਕੇ ਆਪਣਾ ਕੋਰ ਟੌਪਿਕ ਹੈ। ਬਾਕੀ ਦੋਨੋਂ ਬਸ ਓਪੀਨੀਅਨ ਦਿੱਤੇ ਹੋਏ ਕਿ ਕੁਛ ਲੋਕ ਕਹਿੰਦੇ ਆ ਪੋਜ਼ਿਟਿਵ ਟ੍ਰੈਂਡ ਹੈ, ਕੁਛ ਲੋਕ ਕਹਿੰਦੇ ਇੱਕ ਨੈਗੇਟਿਵ ਚੀਜ਼ ਹੈ, ਬਟ ਗੱਲ ਸਿਰਫ ਇੰਟਰਨੈਸ਼ਨਲ ਟ੍ਰੇਡ ਐਂਡ ਕਮਿਊਨੀਕੇਸ਼ਨ ਦੀ ਹੀ ਦੋਨਾਂ ਪਾਸੇ ਹੋ ਰਹੀ ਹੈ, ਤਾਂ ਕਰਕੇ ਇਹ ਆਪਣਾ ਕੋਰ ਟੌਪਿਕ ਹੋ ਜਾਊਗਾ। ਠੀਕ ਹੈ, ਅੱਗੇ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ। ਹੁਣ ਦੇਖੋ ਯੂਜ਼ ਕਿੱਦਾਂ ਕਰਨਾ ਹੈ। ਜੋ ਚੀਜ਼ਾਂ ਬੋਲਡ ਵਿੱਚ ਐਂਡ ਅੰਡਰਲਾਈਨਡ ਆ ਉਹ ਐਜ਼ ਇਟ ਇਜ਼ ਜੋ ਟੈਂਪਲੇਟ ਵਿੱਚ ਪਹਿਲਾਂ ਦੇਖਿਆ ਉਹ ਹੈ, ਤੇ ਜੋ ਚੀਜ਼ ਨੋਰਮਲ ਫੌਂਟ ਵਿੱਚ ਹੈਗੀ ਹੈ ਉਹ ਹੈ ਜੋ ਆਪਾਂ ਪੈਰਾਫਰੇਜ਼ ਕਰਕੇ ਲਿਖਣਾ ਅਕੋਰਡਿੰਗ ਟੂ ਕੁਐਸਚਨ। ਠੀਕ ਹੈ ਜੀ। ਦੇਖੋ, in the realm of public discourse, opinions hold immense power. In the recent years, several debates have begun in the matter of। ਦੇਖੋ ਮੈਂ ਕਿਹਾ ਸੀ ਕੀ ਕਿਹਾ ਸੀ, ਪਹਿਲੀ ਬਲੈਂਕ ਵਿੱਚ ਆਪਣਾ ਕੋਰ ਟੌਪਿਕ ਆਏਗਾ। ਕੋਰ ਟੌਪਿਕ ਨੂੰ ਆਪਾਂ ਪੈਰਾਫਰੇਜ਼ ਕਿੱਦਾਂ ਕਰਿਆ, ਟ੍ਰੇਡ ਐਂਡ ਕਮਿਊਨੀਕੇਸ਼ਨ ਬਿਟਵੀਨ ਡਿਫਰੈਂਟ ਕੰਟਰੀਜ਼ ਅਰਾਊਂਡ ਦਾ ਸਫੀਅਰ। ਠੀਕ ਹੈ, ਉੱਥੇ ਸਿਰਫ ਟ੍ਰੇਡ ਐਂਡ ਕਮਿਊਨੀਕੇਸ਼ਨ ਲਿਖਿਆ ਹੋਇਆ ਟ੍ਰੇਡ ਐਂਡ ਕਮਿਊਨੀਕੇਸ਼ਨ ਵਿਦ ਅਦਰ ਕੰਟਰੀਜ਼, ਬਟ ਆਪਾਂ ਕੀ ਲਿਖਿਆ ਟ੍ਰੇਡ ਐਂਡ ਕਮਿਊਨੀਕੇਸ਼ਨ ਬਿਟਵੀਨ ਡਿਫਰੈਂਟ ਕੰਟਰੀਜ਼ ਅਰਾਊਂਡ ਦਾ ਸਫੀਅਰ। ਠੀਕ ਹੈ ਜੀ। ਸੋ ਥੋੜਾ ਐਡ ਆਨ ਕਰਤਾ ਜਾਂ ਥੋੜੇ ਸਿਨੋਨੀਅਮ ਯੂਜ਼ ਕਰੋਗੇ ਤਾਂ ਇੱਕ ਪੋਜ਼ਿਟਿਵ ਇੰਪੈਕਟ ਪੈਂਦਾ ਐਗਜ਼ਾਮੀਨਰ ਤੇ ਉਹ ਥੋੜਾ ਅੱਛਾ ਫੀਲ ਕਰਦਾ। ਤੇ ਅੱਗੇ ਚੱਲ ਕੇ ਜਿਵੇਂ ਆਪਾਂ ਕਹਿੰਦੇ ਆ ਕਿ ਫਸਟ ਇੰਪ੍ਰੈਸ਼ਨ ਇਜ਼ ਲਾਸਟ ਇੰਪ੍ਰੈਸ਼ਨ, ਜੇ ਤੁਸੀਂ ਅੱਛੇ ਤਰੀਕੇ ਨਾਲ ਆਪਦੀ ਇੰਟਰੋ ਹੀ ਲਿਖ ਲਓਗੇ, ਸਭ ਤੋਂ ਪਹਿਲੇ ਤੁਹਾਨੂੰ ਪਤਾ ਹੈ ਇੰਟਰੋ ਆਉਂਦੀ ਹੈ, ਜੇ ਉਹ ਇੰਟਰੋ ਹੀ ਤੁਸੀਂ ਬਹੁਤ ਵਧੀਆ ਲਿਖ ਦੋਗੇ ਤਾਂ ਡੈਫੀਨੇਟਲੀ ਐਗਜ਼ਾਮੀਨਰ ਤੁਹਾਨੂੰ ਬਹੁਤ ਹੀ ਅੱਛੇ ਬੈਂਡ ਸਕੋਰ ਦੇਵੇਗਾ, ਕਿਉਂਕਿ ਉਹਦੇ ਮਾਈਂਡ 'ਚ ਇੱਕ ਪੋਜ਼ਿਟਿਵ ਇਮੇਜ ਬਣ ਜੂਗੀ ਤੁਹਾਡੀ। ਠੀਕ ਹੈ, ਸੋ ਤਾਂ ਕਰਕੇ ਇਹ ਟੈਂਪਲੇਟਸ ਲੈ ਕੇ ਆਏ ਆ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਏ। ਠੀਕ ਹੈ, ਅੱਗੇ ਦੇਖੋ, ਟ੍ਰੇਡ ਐਂਡ ਕਮਿਊਨੀਕੇਸ਼ਨ ਬਿਟਵੀਨ ਡਿਫਰੈਂਟ ਕੰਟਰੀਜ਼ ਅਰਾਊਂਡ ਦਾ ਸਫੀਅਰ। ਅੱਗੇ ਸੈਵਰਲ ਇੰਡੀਵਿਜੂਅਲਸ ਫਰਮਲੀ ਬਲੀਵ ਦੈਟ ਡੈਸ਼ ਨਾ। ਹੁਣ ਦੇਖੋ ਅੱਗੇ ਕੀ ਹੈ, ਸੈਵਰਲ ਇੰਡੀਵਿਜੂਅਲਸ ਫਰਮਲੀ ਬਲੀਵ ਦੈਟ ਇਟ ਹੈਜ਼ ਪਲੈਥੋਰਾ ਆਫ ਪੋਜ਼ਿਟਿਵ ਆਊਟਕਮਸ ਐਂਡ ਕੈਨ ਬੀ ਬੈਨੀਫੀਸ਼ੀਅਲ ਫॉर ਦ ਕੰਟਰੀਜ਼। ਠੀਕ ਹੈ, ਕੀ ਕਿਹਾ ਸੀ ਸੈਕਿੰਡ ਬਲੈਂਕ ਵਿੱਚ ਆਪਣਾ ਪਹਿਲਾ ਪੁਆਇੰਟ ਆਊਗਾ। ਪਹਿਲਾ ਪੁਆਇੰਟ ਇੱਥੇ ਕੀ ਦਿੱਤਾ ਹੋਇਆ ਹੈ ਕਿ ਇੰਟਰਨੈਸ਼ਨਲ ਟ੍ਰੇਡ ਐਂਡ ਕਮਿਊਨੀਕੇਸ਼ਨ ਵਿਦ ਅਦਰ ਕੰਟਰੀਜ਼ ਇਜ਼ ਅ ਪੋਜ਼ਿਟਿਵ ਟ੍ਰੈਂਡ। ਹੁਣ ਪੋਜ਼ਿਟਿਵ ਟ੍ਰੈਂਡ ਨੂੰ ਆਪਾਂ ਪੈਰਾਫਰੇਜ਼ ਕਿੱਦਾਂ ਕਰਤਾ, ਇਟ ਹੈਜ਼ ਪਲੈਥੋਰਾ ਆਫ ਪੋਜ਼ਿਟਿਵ ਆਊਟਕਮਸ ਐਂਡ ਇਟ ਕੈਨ ਬੀ ਬੈਨੀਫੀਸ਼ੀਅਲ ਫॉर ਦ ਕੰਟਰੀਜ਼। ਵਾਈਲ ਸਮ ਓਪੋਜ਼ ਦਿਸ ਨੋਸ਼ਨ ਐਂਡ ਸੇ ਦੈਟ it might be harmful for the countries as they might lose their identity by having excess relation with other nations। ਠੀਕ ਹੈ, ਕੁਐਸਚਨ ਵਿੱਚ ਕੀ ਹੈ, it is harmful to the nations and they might lose their identity। ਠੀਕ ਹੈ, ਹੁਣ ਆਪਾਂ ਥੋੜਾ ਐਡ ਆਨ ਕਰਤਾ, they might lose their identity by having excess relation with other nations। ਠੀਕ ਹੈ, ਜੇ ਤੁਸੀਂ ਇਦਾਂ ਲਿਖੋਗੇ ਤਾਂ ਡੈਫੀਨੇਟਲੀ ਉਹਨੂੰ ਹੋਏਗਾ ਐਗਜ਼ਾਮੀਨਰ ਨੂੰ ਕਿ ਚਲੋ ਬੱਚੇ ਨੂੰ ਸਮਝ ਲੱਗ ਗਿਆ ਕਿ ਕੁਐਸਚਨ ਦਾ ਮਤਲਬ ਕੀ ਹੈ। ਤੇ ਇਦਾਂ ਹੀ ਜੇ ਤੁਸੀਂ ਅੱਛੀ ਵੋਕੈਬਲਰੀ ਥੋੜੀ ਐਡ ਆਨ ਕਰ ਦੋਗੇ ਤਾਂ ਡੈਫੀਨੇਟਲੀ ਤੁਹਾਨੂੰ ਐਗਜ਼ਾਮੀਨਰ ਅੱਛੇ ਬੈਂਡ ਸਕੋਰ ਦੇਊਗਾ ਹੀ ਦੇਊਗਾ। ਠੀਕ ਹੈ ਜੀ, ਆਈ ਹੋਪ ਤੁਹਾਨੂੰ ਸਮਝ ਲੱਗ ਗਈ ਹੋਗੀ ਪਹਿਲੀ ਟੈਂਪਲੇਟ ਦੀ ਕਿ ਇਹਨੂੰ ਕਿੱਦਾਂ ਯੂਜ਼ ਕਰਨਾ ਹੈ। ਉਸ ਤੋਂ ਬਾਅਦ ਅਗਲੀ ਟੈਂਪਲੇਟ 'ਤੇ ਚੱਲਦੇ ਹਾਂ। ਦੇਖੋ ਜੀ ਸੈਕਿੰਡ ਟੈਂਪਲੇਟ ਕੀ ਹੈ, conflicted opinion and debates are there in every aspect of life, however these become more grave and obvious in the matter of dash। ਪਹਿਲੀ ਬਲੈਂਕ ਆ ਗਈ ਜੀ, ਹੁਣ ਤੁਹਾਨੂੰ ਸਮਝ ਲੱਗ ਜਾਣੀ ਚਾਹੀਦੀ ਹੈ ਕਿ ਪਹਿਲੀ ਬਲੈਂਕ 'ਚ ਕੀ ਆਏਗਾ, ਪਹਿਲੇ ਸਮਝਾ ਚੁੱਕੇ ਹਾਂ। ਪਹਿਲੀ ਬਲੈਂਕ 'ਚ ਆਏਗੀ ਜੀ ਆਪਣੀ ਕੋਰ ਟੌਪਿਕ। ਉਸ ਤੋਂ ਬਾਅਦ ਕੀ ਹੈ, a sizable proportion of society contends that dash। ਇੱਥੇ ਆਏਗਾ ਆਪਣਾ ਫਾਰਮਰ ਨੋਸ਼ਨ while others believe that dash। ਠੀਕ ਹੈ ਜੀ, ਇੱਥੇ ਆਏਗਾ ਆਪਣਾ ਸੈਕਿੰਡ ਪੁਆਇੰਟ ਜਾਂ ਫਿਰ ਜੋ ਆਪਣੇ ਸੈਕਿੰਡ ਆਪਸ਼ਨ ਦਿੱਤੀ ਹੋਗੀ। ਤੇ ਇਹਦਾ ਕ੍ਰੈਡਿਟ ਮੈਂ ਦਊਂਗਾ ਨਿਰਮਲ ਆਇਲਸ ਨੂੰ, ਬਿਕੋਜ਼ ਇਹ ਮੈਂ ਟੈਂਪਲੇਟ ਉਦੋਂ ਯੂਜ਼ ਕਰਦਾ ਸੀ ਜਦੋਂ ਮੈਂ ਉਹਨਾਂ ਕੋਲ ਪੜ੍ਹਦਾ ਸੀ।
ਨਿਰਮਲ ਇੰਸਟੀਟਿਊਸ਼ਨ ਜਿੱਥੇ ਮੈਂ ਰਹਿਣਾ ਇੱਥੋਂ ਮੈਂ IELTS ਕਰੀ ਸੀ ਆਪਦੇ ਹੋਮ ਟਾਊਨ ਤੋਂ ਹੀ ਐਂਡ ਇਹ ਟੈਂਪਲੇਟ ਮੈਨੂੰ ਉਹਨਾਂ ਨੇ ਪ੍ਰੋਵਾਈਡ ਕਰੀ ਸੀ ਅਤੇ ਮੈਂ ਜਦੋਂ ਐਗਜ਼ਾਮ ਦਿੱਤਾ ਸੀ ਜਾਂ ਫਿਰ ਜਦੋਂ ਮੈਂ ਤਿਆਰੀ ਵੀ ਕਰਦਾ ਸੀ ਤਾਂ ਮੈਂ ਇਹੀ ਟੈਂਪਲੇਟ ਯੂਜ਼ ਕਰਦਾ ਸੀ। ਠੀਕ ਹੈ, ਸੋ ਓਕੇ, ਇਹ ਟੈਂਪਲੇਟ ਸੀ ਜੋ ਮੈਂ ਯੂਜ਼ ਕਰਦਾ ਸੀ ਓਪੀਨੀਅਨ ਬੇਸਡ ਐਸੇ 'ਚ। ਚਲੋ ਅੱਗੇ ਚੱਲਦੇ ਹਾਂ। ਇਹਦੀ ਹੁਣ ਟ੍ਰਾਂਸਲੇਸ਼ਨ ਕੀ ਹੈ ਸਰ? ਜੀਵਨ ਦੇ ਹਰ ਪਹਿਲੂ ਵਿੱਚ ਵਿਰੋਧੀ ਵਿਚਾਰ ਅਤੇ ਬਹਿਸ ਹੁੰਦੇ ਹਨ। ਠੀਕ ਹੈ, ਕਨਫਲਿਕਟਿਡ ਓਪੀਨੀਅਨ ਐਂਡ ਡਿਬੇਟਸ ਆਰ ਦੇਅਰ ਇਨ ਐਵਰੀ ਐਸਪੈਕਟ ਆਫ ਲਾਈਫ। ਹਾਲਾਂਕਿ ਇਹ ਡੈਸ਼ ਦੇ ਮਾਮਲੇ ਵਿੱਚ ਵਧੇਰੇ ਗੰਭੀਰ ਅਤੇ ਸਪਸ਼ਟ ਹੋ ਜਾਂਦੇ ਹਨ। ਹਾਊਐਵਰ ਥੀਸ ਬਿਕਮ ਮੋਰ ਗ੍ਰੇਵ ਐਂਡ ਓਬਵੀਅਸ ਇਨ ਦਾ ਮੈਟਰ ਆਫ ਡੈਸ਼। ਜਦ ਜਮਾਨ ਸਮਾਜ ਦੇ ਇੱਕ ਵੱਡੇ ਅਨੁਪਾਤ ਇਹ ਦਲੀਲ ਦਿੰਦਾ ਹੈ ਕਿ ਡੈਸ਼ a sizable proportion of society contends that dash, ਜਦ ਕਿ ਦੂਸਰੇ ਮੰਨਦੇ ਹਨ ਕਿ ਡੈਸ਼, ਠੀਕ ਹੈ, ਡੈਸ਼ 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 ਡੈਸ਼, while others believe that dash। ਪ੍ਰੈਗਮੈਟਿਕ ਦ੍ਰਿਸ਼ਟੀਕੋਣ ਦੇ ਅਨੁਸਾਰ ਮੈਂ ਪਹਿਲੀ ਜਾਂ ਫਿਰ ਬਾਅਦ ਵਾਲੀ ਧਾਰਨਾ ਵੱਲ ਤੁਰਦਾ ਹਾਂ। ਇਹ ਜੋ ਆਪਣੀ ਥੀਸਿਸ ਹੁੰਦੀ ਹੈ ਇਹ ਉਹ ਹੈਗੀ ਹੈ, ਠੀਕ ਹੈ, ਕਿ ਮੈਂ ਕਿਹੜੀ ਚੀਜ਼ 'ਤੇ ਵਿਸ਼ਵਾਸ ਰੱਖਦਾ, ਮੈਨੂੰ ਕੀ ਲੱਗਦਾ, ਠੀਕ ਹੈ। ਇਹ ਆਪਣੀ ਥੀਸਿਸ ਦੇ ਵਿੱਚ ਇੰਕਲੂਡ ਹੁੰਦਾ। ਇੱਕ ਲਾਈਨ ਆਪਾਂ ਹੋਰ ਲਿਖੀ ਦੀ ਅੱਗੇ ਜੋ ਕਿ ਆਪਾਂ ਐਗਜ਼ਾਮਪਲ 'ਚ ਦੱਸਾਂਗੇ, ਠੀਕ ਹੈ ਜੀ। ਸੋ ਚਲੋ ਇਹਦਾ ਅੱਗੇ ਚੱਲਦਾ, ਇਹਦੀ ਐਗਜ਼ਾਮਪਲ ਦੇਖਦਾ ਇਹਨੂੰ ਯੂਜ਼ ਕਿੱਦਾਂ ਕਰਿਆ ਹੋਇਆ। ਕੁਐਸਚਨ ਸੇਮ ਹੈ ਜੀ ਆਪਣਾ, ਉਹੀ ਮੀਨਿੰਗ ਹੈ, ਉਹੀ ਕੁਐਸਚਨ ਹੈ। ਅੱਗੇ ਦੇਖੋ, ਕਨਫਲਿਕਟਿਡ ਓਪੀਨੀਅਨ ਐਂਡ ਡਿਬੇਟਸ ਆਰ ਦੇਅਰ ਇਨ ਐਵਰੀ ਐਸਪੈਕਟ ਆਫ ਲਾਈਫ। ਹਾਊਐਵਰ ਥੀਸ ਬਿਕਮ ਮੋਰ ਗ੍ਰੇਵ ਐਂਡ ਓਬਵੀਅਸ ਇਨ ਦਾ ਮੈਟਰ ਆਫ ਇੰਟਰਨੈਸ਼ਨਲ ਟ੍ਰੇਡ ਐਂਡ ਕਮਿਊਨੀਕੇਸ਼ਨ। ਇੱਥੇ ਆਪਾਂ ਪੈਰਾਫਰੇਜ਼ ਨਹੀਂ ਕਰਿਆ, ਡਾਇਰੈਕਟਲੀ ਲਿਖਤਾ। ਅ ਸਾਈਜ਼ੇਬਲ ਪ੍ਰੋਪੋਰਸ਼ਨ ਆਫ ਸੋਸਾਇਟੀ ਕੰਟੈਂਟਸ ਦੈਟ, ਕੰਟੈਂਟਸ ਮੀਨਸ says that, या फिर sizable proportion of society says that international imports and exports, trade ਨੂੰ ਆਪਾਂ ਕੀ ਲਿਖਤਾ, international imports and exports and communications has number of positive outcomes, while others believe that it may have hazardous impacts and it might affect nations identity। ਠੀਕ ਹੈ ਜੀ, ਆਈ ਹੋਪ ਤੁਹਾਨੂੰ ਸਮਝ ਲੱਗ ਗਈ ਹੋਊਗੀ ਕਿਉਂਕਿ ਪਿਛਲੀ ਟੈਂਪਲੇਟ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਅਤੇ ਇਹਦਾ ਵੀ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਤੁਹਾਨੂੰ ਜਿਹੜੀ ਈਜ਼ੀ ਲੱਗਦੇ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ। ਦੋਨੋਂ ਹੀ ਬਹੁਤ ਅੱਛੀਆਂ ਟੈਂਪਲੇਟਸ ਹੈਗੀਆਂ, ਠੀਕ ਹੈ। ਜੇ ਤੁਸੀਂ ਇਹਨੂੰ ਯੂਜ਼ ਕਰਕੇ ਆਪਦੀ ਰਾਈਟਿੰਗ ਟਾਸਕ 2 ਵਿੱਚ ਅੱਛੇ ਬੈਂਡ ਸਕੋਰ ਚਾਹੁੰਦੇ ਆ ਤਾਂ ਡੈਫੀਨੇਟਲੀ ਇਹ ਤੁਹਾਡੀ ਹੈਲਪ ਕਰੂਗਾ, ਠੀਕ ਹੈ। ਬਟ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਤੁਸੀਂ ਮੈਕਸੀਮਮ 2 ਟੈਂਪਲੇਟ ਨੂੰ ਹੀ ਲੈ ਕੇ ਚੱਲਣਾ, ਕੰਫਿਊਜ਼ ਨਾ ਹੋਣਾ, ਠੀਕ ਹੈ। ਭਾਵੇਂ ਓਪੀਨੀਅਨ ਬੇਸਡ ਕਰ ਰਹੇ ਹੋ, ਫੈਕਟ ਬੇਸਡ ਕਰ ਰਹੇ ਹੋ, ਤਾਂ ਤੁਸੀਂ ਮੈਕਸੀਮਮ ਹਾਲਾਂਕਿ ਇੱਕ ਹੀ ਟੈਂਪਲੇਟ ਦੀ ਤਿਆਰੀ ਕਰੋ ਤਾਂ ਕਿ ਤੁਹਾਨੂੰ ਪਤਾ ਚੱਲ ਜੇ ਕਿ ਇਹਨੂੰ ਕਿੱਦਾਂ ਯੂਜ਼ ਕਰਨਾ। ਜੇ ਤੁਸੀਂ 2 ਜਾਂ 3 ਟੈਂਪਲੇਟਸ ਸਿਰਫ ਓਪੀਨੀਅਨ ਬੇਸਡ ਲਈ ਹੀ ਟਰਾਈ ਕਰ ਲਓਗੇ ਕਿ ਇੱਕ ਵਾਰ ਕਿਸੇ ਹੋਰ ਨੂੰ ਕਰਤਾ, ਦੂਸਰੀ ਵਾਰ ਕੋਈ ਹੋਰ ਕਰਤੀ, ਤਾਂ ਹੋ ਸਕਦਾ ਐਗਜ਼ਾਮ 'ਚ ਜਦੋਂ ਤੁਹਾਡੇ ਮਾਈਂਡ 'ਤੇ ਪ੍ਰੈਸ਼ਰ ਹੋਏਗਾ ਤੁਸੀਂ ਉਹ ਚੀਜ਼ਾਂ ਸ਼ਫਲ ਕਰ ਦਿਓ ਅਤੇ ਜਿਹਦੇ ਕਰਕੇ ਤੁਹਾਡੇ ਮਾਰਕਸ ਡਿਡਕਟ ਹੋ ਜਾਣ ਜਾਂ ਤੁਸੀਂ ਮਿਕਸਅਪ ਚੀਜ਼ਾਂ ਕਰ ਦਿਓ ਅਤੇ ਉਹਦਾ ਕੋਈ ਮਤਲਬ ਹੀ ਨਾ ਬਣੇ। ਸੋ ਮੈਂ ਇਹੀ ਚੀਜ਼ ਕਹੂੰਗਾ ਕਿ ਜੋ ਤੁਹਾਨੂੰ ਇਹਨਾਂ ਦੋਨਾਂ 'ਚੋਂ ਵਧੀਆ ਲੱਗਦੀ ਹੈ, ਜੋ ਈਜ਼ੀ ਲੱਗਦੀ ਹੈ, ਜਿਹਦਾ ਮਤਲਬ ਸਮਝ ਆ ਗਿਆ, ਹਾਲਾਂਕਿ ਦੋਨਾਂ ਦਾ ਮੀਨਿੰਗ ਸੇਮ ਹੀ ਹੈ, ਸੋ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ, ਠੀਕ ਹੈ। ਜਿਹਦੇ ਤੁਹਾਨੂੰ ਲੱਗਦਾ ਕਿ ਹਾਂ ਇਹਦੇ 'ਚ ਵੋਕੈਬਲਰੀ ਸਹੀ ਹੈ, ਇਹਦਾ ਮੈਨੂੰ ਦਿਮਾਗ 'ਚ ਰਹਿ ਵੀ ਜਾਏਗਾ, ਸੋ ਉਹਨੂੰ ਯੂਜ਼ ਕਰ ਲਓ। ਹਾਂ, ਬਟ ਇੱਕ ਚੀਜ਼ ਦਿਮਾਗ 'ਚ ਰੱਖਣਾ ਕਿ ਵਿਦਾਊਟ ਪ੍ਰੈਕਟਿਸ ਕੁਛ ਵੀ ਨਹੀਂ ਹੋਊਗਾ, ਭਾਵੇਂ ਜਿੰਨੀ ਮਰਜ਼ੀ ਸੌਖੀ ਟੈਂਪਲੇਟ ਕੋਈ ਦੇ ਤੁਹਾਨੂੰ, ਠੀਕ ਹੈ। ਜਦੋਂ ਤੱਕ ਤੁਸੀਂ ਪ੍ਰੈਕਟਿਸ ਨਹੀਂ ਕਰੋਗੇ ਉਦੋਂ ਤੱਕ ਕੋਈ ਫਾਇਦਾ ਨਹੀਂ ਹੋਊਗਾ। ਓਕੇ, ਸੋ ਅੱਗੇ ਚੱਲਦੇ ਹਾਂ ਜੀ। ਅੱਗੇ ਕੀ ਹੈ? ਓਪੀਨੀਅਨ ਬੇਸਡ ਦੀ ਟੈਂਪਲੇਟ ਤੋਂ ਬਾਅਦ ਜੋ ਆਪਣੇ ਕੋਲ ਸੈਕਿੰਡ ਟੈਂਪਲੇਟ ਹੈ ਉਹ ਹੈ ਜੀ ਫੈਕਟ ਬੇਸਡ ਐਸੇ 'ਚ ਪ੍ਰੋਬਲਮ ਐਂਡ ਸੋਲਿਊਸ਼ਨ ਟਾਈਪਸ ਵਾਲੇ ਐਸੇ ਦੀ, ਠੀਕ ਹੈ। ਟੈਂਪਲੇਟ ਦੇਖੋ, ਇਹਦੇ 'ਚ ਕੀ ਹੁੰਦਾ, ਇਹਨਾਂ ਐਸੇਜ਼ ਵਿੱਚ ਇੱਕ ਪ੍ਰੋਬਲਮ ਦਿੱਤੀ ਹੁੰਦੀ ਹੈ, ਜਾਂ ਤਾਂ ਪੁੱਛਿਆ ਹੁੰਦਾ ਕਿ ਇਹ ਪ੍ਰੋਬਲਮ ਕੋਜ਼ ਕਿਉਂ ਹੋਈ, ਇਹਦੇ ਪਿੱਛੇ ਰੀਜ਼ਨ ਕੀ ਹੈ, ਜਾਂ ਫਿਰ ਉਹਦੇ ਨਾਲ ਉਹਦੇ ਸੋਲਿਊਸ਼ਨ ਦਿੱਤੇ ਹੁੰਦੇ ਆ, ਜਾਂ ਫਿਰ ਸੋਲਿਊਸ਼ਨ ਪੁੱਛੇ ਹੁੰਦੇ ਆ ਕਿ ਇਹਦੇ ਸੋਲਿਊਸ਼ਨਸ ਕੀ ਹੈ, ਇਸ ਪ੍ਰੋਬਲਮ ਦਾ ਸੋਲਿਊਸ਼ਨ ਕੀ ਹੈ, ਇਹਨੂੰ ਆਪਾਂ ਕਿੱਦਾਂ ਟੈਕਲ ਕਰ ਸਕਦੇ ਹਾਂ, ਠੀਕ ਹੈ ਜੀ। ਟੈਂਪਲੇਟ ਪੜ੍ਹਦੇ ਹਾਂ। In today's world, one issue that continues to challenge professionals ਜਾਂ researchers ਜਾਂ society, ਆਪਾਂ ਤਿੰਨੇ ਵੀ ਲਿਖ ਸਕਦੇ ਹਾਂ। ਇਸ ਟੌਪਿਕ ਫਿਰ ਤੋਂ ਆਪਣਾ ਕੋਰ ਟੌਪਿਕ ਜੋ ਹੋਊਗਾ, ਇਹਦੇ ਵਿੱਚ ਆਪਣਾ ਇੱਕ ਹੀ ਕੋਰ ਟੌਪਿਕ ਹੋਊਗਾ, ਠੀਕ ਹੈ। ਉਹਦੀ ਪ੍ਰੋਬਲਮ ਜੋ ਆਪਣੀ ਹੋਊਗੀ ਉਹ ਆਊਗੀ ਆਪਣੇ ਇੱਥੇ, ਜੋ ਆਪਣੀ ਬਲੈਂਕ ਹੈ ਫਸਟ ਬਲੈਂਕ, ਉੱਥੇ ਐਗਜ਼ੈਕਟ ਜੋ ਪ੍ਰੋਬਲਮ ਦਿੱਤੀ ਹੋਊਗੀ ਉਹ ਆਊਗੀ। The factual evidence surrounding this problem is both alarming and thought-provoking. From studies, it is clear that urgent action is required. This essay aims to explore the facts and data associated with dash, ਫਿਰ ਤਾਂ ਉਹੀ ਚੀਜ਼ ਬਟ ਇਸ ਟਾਈਮ ਆਪਾਂ ਪੈਰਾਫਰੇਜ਼ ਕਰਕੇ ਲਿਖਾਂਗੇ, ਐਗਜ਼ਾਮਪਲ 'ਚ ਸਮਝਾਵਾਂਗੇ, ਫਿਕਰ ਨੋਟ, and propose viable solutions to address this pressing issue। ਟ੍ਰਾਂਸਲੇਸ਼ਨ ਤੇ ਆਉਂਦੇ ਹਾਂ ਜੀ। ਅੱਜ ਦੇ ਸੰਸਾਰ ਵਿੱਚ ਇੱਕ ਮੁੱਦਾ ਜੋ ਪੇਸ਼ੇਵਰਾਂ, ਖੋਜਕਾਰਾਂ ਅਤੇ ਸਮਾਜ ਨੂੰ ਚੁਣੌਤੀ ਦਿੰਦਾ ਰਹਿੰਦਾ ਹੈ ਉਹ ਹੈ ਡੈਸ਼, ਠੀਕ ਹੈ। ਆਪਣਾ ਜੋ ਕੋਰ ਟੌਪਿਕ ਹੋਊਗਾ, ਕੰਫਿਊਜ਼ ਨਹੀਂ ਹੋਣਾ, ਐਗਜ਼ਾਮਪਲ 'ਚ ਪਹਿਲੇ ਵਾਂਗ ਫਿਰ ਤੋਂ ਸਮਝਾਵਾਂਗੇ, ਠੀਕ ਹੈ ਜੀ। ਅੱਗੇ ਕੀ ਹੈ? ਇਸ ਸਮੱਸਿਆ ਦੇ ਆਲੇ ਦੁਆਲੇ ਦੇ ਤੱਥਾਂ ਦੇ ਸਬੂਤ ਚਿੰਤਾਜਨਕ ਅਤੇ ਸੋਚਣ ਵਾਲੇ ਦੋਵੇਂ ਹਨ। ਅਧਿਐਨਾਂ ਤੋਂ ਇਹ ਸਪਸ਼ਟ ਹੈ ਕਿ ਤੁਰੰਤ ਕਾਰਵਾਈ ਦੀ ਲੋੜ ਹੈ। ਇਸ ਲੇਖ ਦਾ ਉਦੇਸ਼ ਡੈਸ਼ ਨਾਲ ਜੁੜੇ ਤੱਥਾਂ ਅਤੇ ਡੇਟਾ ਦੀ ਪੜਚੋਲ ਕਰਨਾ ਹੈ ਅਤੇ ਇਸ ਪ੍ਰਮੁੱਖ ਮੁੱਦੇ ਨੂੰ ਹੱਲ ਕਰਨ ਲਈ ਵਿਹਾਰਕ ਹੱਲ ਪ੍ਰਸਤਾਵਿਤ ਕਰਨਾ ਹੈ।
आई होप ਤੁਹਾਨੂੰ ਸਮਝ ਲੱਗ ਗਈ ਹੋਊਗੀ। ਸਿੱਧਾ ਜੇ ਵੇਖੀਏ ਤਾਂ ਕੀ ਹੈ ਕਿ ਇੱਥੇ ਦੱਸਿਆ ਹੋਇਆ ਹੈ ਕਿ ਇੱਕ ਪ੍ਰੋਬਲਮ ਜੋ ਰਿਸਰਚਰ ਜਾਂ ਪ੍ਰੋਫੈਸ਼ਨਲ ਸੋਸਾਇਟੀ ਨੂੰ ਅੱਜ ਕੱਲ੍ਹ ਚੈਲੰਜ ਕਰ ਰਹੀ ਹੈ ਉਹ ਕੀ ਹੈ, ਜੋ ਉੱਥੇ ਦਿੱਤੀ ਹੋਗੀ ਆਪਣਾ ਕੋਰ ਟੌਪਿਕ। ਠੀਕ ਹੈ, ਦ ਫੈਕਚੁਅਲ ਐਵੀਡੈਂਸ ਸਰਾਊਂਡਿੰਗ ਦਿਸ ਪ੍ਰੋਬਲਮ, ਜੋ ਵੀ ਇਹਦੇ ਪ੍ਰੋਬਲਮ ਦੇ ਅਰਾਊਂਡਿੰਗ ਜੋ ਵੀ ਐਵੀਡੈਂਸ ਹੈਗਾ ਉਹ ਬਹੁਤ ਅਲਾਰਮਿੰਗ ਐਂਡ ਥੋਟ ਪ੍ਰੋਵੋਕਿੰਗ, ਮੀਨਸ ਕਾਫੀ ਸੋਚਣ ਵਾਲੇ ਜਾਂ ਫਿਰ ਆਪਾਂ ਸੀਰੀਅਸ ਕਹਿ ਸਕਦੇ ਹਾਂ ਕਿ ਸੀਰੀਅਸ ਚੀਜ਼ ਹੈ। फ्रॉम स्टडीज़ इट इज़ क्लीयर दैट अर्जेंट एक्शन इज़ रिक्वायर्ड, स्टडीज़ तो क्लीयर है या फिर मन्निया जाता है कि बहुत जल्दी एक ना कोई स्टैप लेना चाहिए या कोई एक्शन लेना चाहिए इस प्रॉब्लम को टैकल करने लिए। दिस ऐसे एम्स टू एक्सप्लोर द फैक्ट्स एंड डेटा एसोसिएटेड विद डैश। इस लेख का उद्देश्य की है जी कि उस प्रॉब्लम के आले दुआले जो भी फैक्ट या फिर डेटा रिलेटेड हैगा उन्हें एक्सप्लोर या फिर डिस्क्राइब करना एंड प्रपोज अ विएबल सोल्यूशन टू एड्रैस दिस प्रैसिंग इशू, ਅਤੇ ਉਹਦਾ ਇੱਕ ਅੱਛਾ सोल्यूशन या फिर हल देना। ठीक है जी, समझ लग गई। एग्जाम्पल से चलते हैं कि सर ब्लैंक्स एग्जैक्ट किद्दां होगा। देखो क्वेश्चन पढ़ो। इन सम पार्ट्स ऑफ द वर्ल्ड ट्रेडिशनल फेस्टिवल्स एंड सैलीब्रेशनस हैव डिसअपीयर्ड और आर डिसअपीयरिंग। ਇਹਦਾ मतलब है जी ਦੁਨੀਆ ਦੇ ਕੁਝ ਹਿੱਸਿਆਂ ਵਿੱਚ ट्रेडिशनल फैसटिवल जो हैगे ਸੀ ਜਾਂ ਤਾਂ ਵਿਲੁਪਤ ਹੋ ਚੁੱਕਿਆ ਤੇ ਜਾਂ ਫਿਰ ਹੌਲੀ ਹੌਲੀ ਹੁੰਦੇ ਜਾ ਰਹੇ ਆ ਜਾਂ ਖਤਮ ਹੁੰਦੇ ਜਾ ਰਹੇ ਆ। what problems is this causing and what measures could be taken to counter this situation। ਇਹਦੇ ਕਰਕੇ ਕੀ ਪ੍ਰੋਬਲਮਸ ਹੋ ਰਹੀਆਂ ਤੇ ਉਹਦੇ ਸੋਲੂਸ਼ਨ ਕੀ ਹੋ ਸਕਦੇ ਹਨ, ਐਗਜ਼ੈਕਟ ਆਪਾਂ ਨੂੰ ਇਹ ਪੁੱਛਿਆ ਹੋਇਆ। ਠੀਕ ਹੈ, ਹੁਣ ਇਹਨੂੰ ਯੂਜ਼ ਕਿੱਦਾਂ ਕਰਾਂਗੇ, ਇਹਨੂੰ ਟੈਂਪਲੇਟ ਨੂੰ ਯੂਜ਼ ਕਰਕੇ ਕੁਐਸਚਨ ਦੀ ਆਪਾਂ ਇੰਟਰੋ ਕਿੱਦਾਂ ਬਣਾਵਾਂਗੇ। ਨੀਚੇ ਦੇਖੋ, ਇਨ ਟੂਡੇਜ਼ ਵਰਲਡ ਵਨ ਇਸ਼ੂ ਦੈਟ ਕੰਟੀਨਿਊਜ਼ ਟੂ ਚੈਲੰਜ ਸੋਸਾਇਟੀ ਇਜ਼ ਕੰਟੀਨਿਊਅਸ डिसअपीयरेंस ऑफ ट्रेडिशनल सैरीमनीज़। ट्रेडिशनल ਦੀ ਸਪੈਲਿੰਗ ਸਹੀ ਸੌਰੀ ਥੋੜੀ ਗਲਤ ਹੈ, ਸੋ ਤੁਸੀਂ ਕੁਐਸਚਨ 'ਚ ਦੇਖ ਸਕਦੇ ਕਿ ਸਹੀ ਸਪੈਲਿੰਗ ਕੀ ਹੈ। ठीक है जी, the factual evidence surrounding this problem is both alarming and thought provoking. From studies it is clear that urgent action is required. This essay aims to explore the facts and data associated with disappearance of traditional festivals and cultures। देखो हम दोनों जगह आप अपना कोर टॉपिक लिखता कि क्या सी कि दोनों जगह कोर टॉपिक ही आऊगा, बट थोड़ा चेंज करके एग्जैक्ट आप उदा नहीं लिख सकते, थोड़ा बहुत बदल के आप लिख सकते हैं बिकॉज मीनिंग वो रहना चाहिए, लिखो जिदा मर्जी। ठीक है, ਅੱਗੇ ਐਂਡ ਪ੍ਰਪੋਜ਼ ਅ ਵੀਏਬਲ ਸੋਲਿਊਸ਼ਨਸ ਟੂ ਐਡਰੈਸ ਦਿਸ ਪ੍ਰੈਸਿੰਗ ਇਸ਼ੂ। ਆਈ ਹੋਪ ਤੁਹਾਨੂੰ ਸਮਝ ਲੱਗ ਗਈ ਹੋਗੀ ਕਿ ਇਹਨੂੰ ਕਿੱਦਾਂ ਯੂਜ਼ ਕਰਨਾ ਹੈ। ਫਿਰ ਤੋਂ ਜੇ ਸਮਝ ਨਹੀਂ ਲੱਗੀ ਤਾਂ ਮੈਂ ਇੱਕ ਵਾਰ ਫਿਰ ਤੋਂ ਕਹਿ ਰਿਹਾ ਕਿ ਬੈਕ ਕਰਕੇ ਦੇਖ ਲਓ ਐਂਡ ਸਕਰੀਨਸ਼ਾਟ ਜ਼ਰੂਰ ਲਓ। ਜੋ ਤੱਕ ਸਕਰੀਨਸ਼ਾਟ ਨਹੀਂ ਲਓਗੇ, ਬਾਰ-ਬਾਰ ਪ੍ਰੈਕਟਿਸ ਨਹੀਂ ਕਰੋਗੇ ਤਾਂ ਭੁੱਲ ਜੂਗਾ। ਠੀਕ ਹੈ, ਜਾਂ ਫਿਰ ਇੱਦਾਂ ਕਰੋ ਕਿ ਇੱਕ ਵਾਰ ਕਿਸੇ ਵੀ ਇੱਕ ਜਿਵੇਂ ਓਪੀਨੀਅਨ ਬੇਸ ਦੀ ਟੈਂਪਲੇਟ ਦੱਸੀ ਉਹਨੂੰ ਦੇਖ ਕੇ ਉਹਨੂੰ ਯੂਜ਼ ਕਰੋ 3 ਜਾਂ 4 ਵਾਰ ਅਲੱਗ-ਅਲੱਗ ਕੁਐਸਚਨ ਵੇਖ ਕੇ, ਫਿਰ ਤੋਂ ਵੀਡੀਓ ਨੂੰ ਸਟਾਰਟ ਕਰੋ। ਫਿਰ ਪ੍ਰੋਬਲਮ ਐਂਡ ਸੋਲਿਊਸ਼ਨ ਵਾਲੀ ਟੈਂਪਲੇਟ ਦੇਖੋ, ਫਿਰ ਇਹਨੂੰ 2 ਜਾਂ 3 ਵਾਰ ਲਿਖ ਕੇ ਡਿਸਕਸ ਕਰੋ, ਅਲੱਗ-ਅਲੱਗ ਕੁਐਸਚਨ ਦੇ ਅਕੋਰਡਿੰਗ ਲਿਖੋ, ਤਿਆਰੀ ਕਰੋ, ਤੁਹਾਨੂੰ ਸਭ ਕੁਝ ਸਮਝ ਲੱਗ ਜਾਏਗਾ, ਤੁਹਾਨੂੰ ਪਤਾ ਚੱਲ ਜੂਗਾ ਕਿ ਕਿੱਦਾਂ ਯੂਜ਼ ਕਰਨਾ ਹੈ। ਠੀਕ ਹੈ ਜੀ, ਐਂਡ ਜੇ ਤੁਸੀਂ ਕਿਸੇ ਇੰਸਟੀਟਿਊਸ਼ਨ ਲੱਗੇ ਹੋ ਤਾਂ ਜੇ ਤੁਸੀਂ ਆਪਦੇ ਟ੍ਰੇਨਰ ਨੂੰ ਚੈੱਕ ਕਰਾ ਸਕਦੇ ਹੋ, ਤੁਹਾਨੂੰ ਪਤਾ ਚੱਲ ਜੂਗਾ। ਐਂਡ ਜੋ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਉਹ ਕਰੋ, ਮੈਂ ਧੱਕਾ ਨਹੀਂ ਕਰੂੰਗਾ ਕਿ ਆਹ ਵਾਲੀ ਕਰੋ ਆਹ ਜ਼ਿਆਦਾ ਵਧੀਆ। ਜੋ ਤੁਹਾਨੂੰ ਈਜ਼ੀ ਲੱਗਦੀ ਹੈ, ਜਿਹਦੀ ਤੁਹਾਨੂੰ ਸਮਝ ਆ ਗਈ ਹੈ, ਤੁਸੀਂ ਉਹ ਵਾਲੀ ਟੈਂਪਲੇਟ ਯੂਜ਼ ਕਰ ਸਕਦੇ ਹੋ, ਬਟ ਧਿਆਨ ਰੱਖਣਾ ਕਿ ਉਹਦੇ 'ਚ ਵੋਕੈਬਲਰੀ ਵਗੈਰਾ ਹੋਏ। ਇੱਦਾਂ ਨੋਰਮਲ ਜੀ ਟੈਂਪਲੇਟ ਆਪ ਯੂਜ਼ ਨਹੀਂ ਕਰਨੀ, ਕਿਉਂਕਿ ਉੱਦਾਂ ਕਰੋਗੇ ਤਾਂ ਐਗਜ਼ਾਮੀਨਰ 'ਤੇ ਇੱਕ ਨੈਗੇਟਿਵ ਇੰਪੈਕਟ ਪੈਂਦਾ। ਉਹਨੂੰ ਹੁੰਦਾ ਕਿ ਬੱਚੇ ਨੂੰ ਕੋਈ ਜ਼ਿਆਦਾ ਨੌਲੇਜ ਨਹੀਂ ਹੈਗੀ, ਬੱਚੇ ਨੂੰ ਸਿਨੋਨੀਅਮਸ ਜਾਂ ਫਿਰ ਅੱਛੇ ਲੈਕਸੀਕਲ ਰਿਸੋਰਸਿਸ ਅੱਛੀ ਉਹਨੂੰ ਨੌਲੇਜ ਨਹੀਂ ਹੈਗੀ ਇੰਗਲਿਸ਼ ਦੀ, ਤਾਂ ਕਰਕੇ ਨੋਰਮਲ ਜਿਹੀ ਵਰਡ ਯੂਜ਼ ਕਰ ਰਿਹਾ। ਆਪਾਂ ਉਹ ਚੀਜ਼ ਨਹੀਂ ਕਰਨੀ, ਆਪਾਂ ਵਧੀਆ ਤਰੀਕੇ ਨਾਲ ਲਿਖਣੀ ਹੈ ਇੰਟਰੋ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਅੱਗੇ ਆਪਣੀ ਐਗਰੀ ਐਂਡ ਡਿਸਐਗਰੀ, ਇਹ ਬਹੁਤ ਜ਼ਿਆਦਾ ਵਾਰ ਆਉਂਦਾ ਹੈ। ਇਹ ਜੋ ਫੈਕਟ ਬੇਸਡ ਐਸੇ ਆ ਕਾਫੀ ਜ਼ਿਆਦਾ ਆਉਂਦਾ ਹੈ ਆਪਣੇ ਰਾਈਟਿੰਗ ਟਾਸਕ ਵਿੱਚ, ਰਾਈਟਿੰਗ ਟਾਸਕ 2 ਵਿੱਚ। ਐਗਜ਼ਾਮ ਦੀ ਗੱਲ ਕਰ ਲਓ ਜਾਂ ਜਦੋਂ ਮੈਂ ਪੜ੍ਹਦਾ ਸੀ ਤਾਂ ਮੋਸਟ ਆਫ ਦਾ ਟਾਈਮਸ ਮੈਂ ਇਹੀ ਕਰਦਾ ਸੀ। ਓਪੀਨੀਅਨ ਬੇਸਡ ਤਾਂ ਬਹੁਤ ਘੱਟ ਆਉਂਦਾ ਸੀ, ਹਾਲਾਂਕਿ ਜਦੋਂ ਮੇਰਾ ਐਗਜ਼ਾਮ ਸੀ ਤਾਂ ਉਦੋਂ ਓਪੀਨੀਅਨ ਬੇਸਡ ਹੀ ਆਇਆ ਸੀ। ਚਲੋ ਜੀ, ਇਹਨੂੰ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲੇ ਹੈਗੀ ਯੂਨੀਵਰਸਲ ਲਾਈਨ। ਯੂਨੀਵਰਸਲ ਲਾਈਨ ਕੀ ਹੁੰਦਾ ਸਰ? ਯੂਨੀਵਰਸਲ ਲਾਈਨ ਹੁੰਦੀ ਹੈ ਆਪਣੇ ਕੋਰ ਟੌਪਿਕ ਦੇ ਰਿਲੇਟਿਡ। ਕੋਰ ਟੌਪਿਕ ਤੁਹਾਨੂੰ ਸਮਝ ਲੱਗ ਜਾਣੀ ਚਾਹੀਦੀ ਹੈ ਹੁਣ ਤੱਕ ਕੀ ਹੁੰਦਾ ਹੈ। ਕੋਰ ਟੌਪਿਕ ਦੇ ਰਿਲੇਟਿਡ ਕੋਈ ਵੀ ਇੱਕ ਲਾਈਨ ਉਹ ਹੁੰਦੀ ਹੈ ਯੂਨੀਵਰਸਲ ਲਾਈਨ। ਐਗਜ਼ਾਮਪਲ 'ਚ ਦੱਸਾਂਗੇ, ਦੈਟ ਇਜ਼ ਵਾਈ ਇਟ ਇਜ਼ ਆਫਟਨ ਬਿਲੀਵ ਦੈਟ ਡੈਸ਼। ਠੀਕ ਹੈ, ਇੱਥੋਂ ਆਪਾਂ ਪੈਰਾਫਰੇਜ਼ ਕਰਨਾ ਹੈ। ਪੈਰਾਫਰੇਜ਼ ਕਿਹਨੂੰ ਕਰਨਾ ਹੈ? ਕੁਐਸਚਨ ਨੂੰ। ਜੋ ਕੁਐਸਚਨ 'ਚ ਦਿੱਤਾ ਹੋਏਗਾ ਆਪਾਂ ਉਹਨੂੰ ਪੈਰਾਫਰੇਜ਼ ਕਰ ਦੇਣਾ, ਮੀਨਸ ਆਪਦੀ ਲੈਂਗੁਏਜ ਲਿਖ ਦੇਣਾ। ਥੋੜ੍ਹੇ ਸਿਨੋਨੀਅਮਸ ਐਡ ਕਰ ਦਾਂਗੇ, ਕੁਛ ਨਾ ਕੁਛ ਐਡ ਕਰਾ ਕੇ ਆਪਾਂ ਲਿਖ ਦਾਂਗੇ, ਬਟ ਮੀਨਿੰਗ ਸੇਮ ਰਹਿਣਾ ਚਾਹੀਦਾ ਜੋ ਕੁਐਸਚਨ 'ਚ ਮੀਨਿੰਗ ਹੈ। ਆਈ ਹਾਊਐਵਰ ਫਰਮਲੀ ਐਗਰੀ ਜਾਂ ਫਿਰ ਡਿਸਐਗਰੀ ਵਿਦ ਦਿਸ ਨੋਸ਼ਨ। A number of ideas surround my opinion which would be explicated in the forthcoming paragraphs। देखो जो वर्ड थोड़े अच्छे है मैं बोल्ड करके लिख रहा, तुम अलग तो लिख भी सकते हो। ठीक है, अगे देखो यदि ट्रांसलेशन सब तो पहले यूनीवर्सल लाइन आएगी। ठीक है, इत्थे ट्रांसलेशन में नहीं आ रही, बट यूनीवर्सल लाइन एग्जाम्पल च दसांगे किद्दां लिखनी है। अगे की है, इसलिए ये अक्सर मन्निया जाता है कि फिर पैराफ्रेज कर देंगे क्वेश्चन नूं
ਮੈਂ ਹਾਲਾਂਕਿ ਇਸ ਧਾਰਨਾ ਨਾਲ ਦ੍ਰਿੜਤਾ ਨਾਲ ਸਹਿਮਤ ਜਾਂ ਫਿਰ ਅਸਹਿਮਤ ਹਾਂ, ਜੋ ਵੀ ਆਪਣਾ ਹੁੰਦਾ ਕਿ ਆਈ ਫਰਮਲੀ ਐਗਰੀ ਜਾਂ ਫਿਰ ਡਿਸਐਗਰੀ। ਬਹੁਤ ਸਾਰੇ ਵਿਚਾਰ ਮੇਰੀ ਰਾਏ ਨੂੰ ਘੇਰਦੇ ਹਨ ਜੋ ਆਉਣ ਵਾਲੇ ਪੈਰਿਆਂ ਵਿੱਚ ਵਿਆਖਿਆ ਕੀਤੀ ਜਾਵੇਗੀ। ਠੀਕ ਹੈ ਜੀ, ਥੋੜੀ ਨੋਰਮਲ ਜੀ ਟੈਂਪਲੇਟ ਹੈ ਬਟ ਅੱਛੀ ਹੈ। ਜੇ ਤੁਸੀਂ ਵਧੀਆ ਯੂਜ਼ ਕਰੋਗੇ, ਥੋੜੇ ਸਿਨੋਨਿਮਸ ਵਗੈਰਾ ਐਡ ਕਰੋਗੇ ਤਾਂ ਬਹੁਤ ਹੀ ਅੱਛੇ ਬੈਂਡ ਸਕੋਰ ਤੁਸੀਂ ਅਚੀਵ ਕਰ ਸਕਦੇ ਹੋ। ਸਿਰਫ ਇੰਟਰੋ ਤੇ ਮੈਂ ਨਹੀਂ ਕਹਿੰਦਾ ਕਿ ਸਿਰਫ ਇੰਟਰੋ ਤੇ ਡਿਪੈਂਡ ਕਰਦਾ, ਤੁਹਾਡੇ BP1 BP2 ਇਸੇ ਲਈ ਹੁੰਦੇ ਆ ਕਿ ਤੁਸੀਂ ਜੋ ਵੀ ਤੁਹਾਨੂੰ ਨੌਲੇਜ ਹੈ ਤੁਸੀਂ ਉੱਥੇ ਲਿਖ ਸਕੋ, ਤੁਸੀਂ ਸਭ ਕੁਝ ਖੋਲ ਸਕੋ, ਜੋ ਵੀ ਤੁਹਾਡੇ ਦਿਮਾਗ 'ਚ ਤੁਸੀਂ ਯਾਦ ਕਰਿਆ, ਜੋ ਤੁਸੀਂ ਪੜ੍ਹਿਆ। ਠੀਕ ਹੈ, ਸੋ ਧਿਆਨ ਨਾਲ। ਬਟ ਇੰਟਰੋ ਇੱਕ ਮੇਨ ਚੀਜ਼ ਹੈ। ਇੰਟਰੋ ਵਿੱਚ ਐਗਜ਼ਾਮੀਨਰ ਨੂੰ ਪਤਾ ਚੱਲ ਜਾਂਦਾ ਕਿ ਹਾਂਜੀ ਬੱਚੇ ਨੂੰ ਕਿੰਨੀ ਕੁ ਨੌਲੇਜ ਹੈ ਤੇ ਬੱਚੇ ਨੇ ਅੱਗੇ ਕੀ ਲਿਖਿਆ ਹੋਣਾ, ਬੱਚਾ ਕਿੰਨੇ ਕੁ ਪਾਣੀ 'ਚ। ਅੱਗੇ ਦੇਖੋ ਜੀ, ਟਰਾਂਸਲੇਸ਼ਨ ਹੋ ਗਈ। ਹੁਣ ਆਪਾਂ ਆਉਂਦੇ ਹਾਂ ਇਹਦੀ ਐਗਜ਼ਾਮਪਲ 'ਤੇ। ਠੀਕ ਹੈ, ਹੁਣ ਦੇਖੋ ਪਹਿਲਾ ਐਗਜ਼ਾਮਪਲ 'ਚ ਕੁਐਸਚਨ ਕੀ ਦਿੱਤਾ ਹੋਇਆ ਹੈ। ਸਮ ਪੀਪਲ ਫਰਮਲੀ ਬਲੀਵ ਦੈਟ ਪੀਪਲ ਹੂ ਰੀਡ ਬੁੱਕਸ ਕੈਨ ਡਿਵੈਲਪ ਮੋਰ ਇਮੈਜੀਨੇਸ਼ਨ ਐਂਡ ਲੈਂਗੁਏਜ ਸਕਿੱਲਸ ਦੈਨ ਦੋਜ਼ ਹੂ ਪ੍ਰੈਫਰ ਟੂ ਵਾਚ TV। ਮਤਲਬ ਕੁਝ ਲੋਕ ਇਹ ਮੰਨਦੇ ਹਨ ਕਿ ਜੋ ਲੋਕ ਕਿਤਾਬਾਂ ਪੜ੍ਹਦੇ ਹਨ ਉਹ ਜ਼ਿਆਦਾ ਇਮੈਜੀਨੇਸ਼ਨ ਅਤੇ ਲੈਂਗੁਏਜ ਸਕਿੱਲ ਡਿਵੈਲਪ ਕਰ ਜਾਂਦੇ ਹਨ ਉਹਨਾਂ ਨਾਲੋਂ ਜੋ ਕਿ ਸਿਰਫ TV ਦੇਖਦੇ ਹਨ। ਐਟ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ। ਦੇਖੋ ਇਹ ਜੋ ਟੈਂਪਲੇਟ ਹੈ ਨਾ, ਇਹ ਐਟ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ 'ਤੇ ਵੀ ਲੱਗ ਜੂਗੀ, ਜਾਂ ਓਨਲੀ ਐਗਰੀ ਜਾਂ ਡਿਸਐਗਰੀ ਹੈਗਾ ਤਾਂ ਉਹਦੇ 'ਤੇ ਵੀ ਲੱਗ ਜੂਗੀ। ਠੀਕ ਹੈ, ਹੁਣ ਦੇਖੋ ਯੂਨੀਵਰਸਲ ਲਾਈਨ ਆਪਾਂ ਕੀ ਲਿਖੀ ਹੈ। ਇਟ ਇਜ਼ ਐਨ ਇਰਰਿਫਿਊਟੇਬਲ ਫੈਕਟ ਦੈਟ ਬੁੱਕਸ ਕੰਸਿਸਟ ਆਫ ਵਾਸਟ ਨੌਲੇਜ ਐਂਡ ਵੋਕੈਬਲਰੀ। ਦੇਖੋ ਆਪਣਾ ਕੋਰ ਟੋਪਿਕ ਕੀ ਹੈਗਾ ਕਿ ਰੀਡ ਬੁੱਕਸ ਐਂਡ ਉਹਦੇ ਨਾਲ ਬੁੱਕਸ ਐਂਡ TV। ਠੀਕ ਹੈ, ਬਟ ਇੱਥੇ ਆਪਾਂ ਇੱਕ ਯੂਨੀਵਰਸਲ ਲਾਈਨ ਲਿਖਤੀ ਅਕੋਰਡਿੰਗ ਟੂ ਬੁੱਕਸ। ਇਟ ਇਜ਼ ਐਨ ਇਰਰਿਫਿਊਟੇਬਲ ਫੈਕਟ ਦੈਟ ਬੁੱਕਸ ਕੰਸਿਸਟ ਆਫ ਵਾਸਟ ਨੌਲੇਜ ਐਂਡ ਵੋਕੈਬਲਰੀ। ਠੀਕ ਹੈ, ਯੂਨੀਵਰਸਲ ਲਾਈਨ ਹੋ ਗਈ। ਆਪਾਂ ਬੁੱਕਸ ਦੇ ਰਿਲੇਟਿਡ ਇੱਕ ਅੱਛੀ ਲਾਈਨ ਲਿਖਤੀ, ਉਹਦੇ ਰਿਲੇਟਿਡ ਇੱਕ ਵਧੀਆ ਲਾਈਨ ਲਿਖਤੀ ਆਪਾਂ। ਦੈਟ ਇਜ਼ ਵਾਈ ਇਟ ਇਜ਼ ਆਫਟਨ ਬਲੀਵਡ ਦੈਟ ਦੋਜ਼ ਹੂ ਰੀਡ ਬੁੱਕਸ ਐਕਵਾਇਰ ਬੈਟਰ ਮਾਈਂਡ ਐਂਡ ਲਿੰਗੁਇਸਟਿਕ ਸਕਿੱਲਸ as compared to those who watch movies rather than reading books। ਦੇਖੋ ਆਪਾਂ ਕਿੰਨਾ ਵਧੀਆ ਪੈਰਾਫਰੇਜ਼ ਕਰਤਾ ਕੁਐਸਚਨ ਨੂੰ। ਇੱਦਾਂ ਹੀ ਕਰਨਾ ਹੈ, ਵਧੀਆ ਤਰੀਕੇ ਨਾਲ ਪੈਰਾਫਰੇਜ਼ ਕਰੋ, ਮੀਨਿੰਗ ਸੇਮ ਰਵੇ ਬਟ ਤੁਸੀਂ ਆਪਦੀ ਲੈਂਗੁਏਜ ਕੁਝ ਚੀਜ਼ਾਂ ਐਡ ਔਨ ਕਰਕੇ, ਕੁਝ ਸਿਨੋਨੀਮਸ ਐਡ ਔਨ ਕਰਕੇ ਉਹਨੂੰ ਲਿਖ ਦਿਓ ਤਾਂ ਕਿ ਐਗਜ਼ਾਮੀਨਰ ਨੂੰ ਪਤਾ ਚੱਲ ਜਾਏ ਕਿ ਬੱਚੇ ਨੂੰ ਮੀਨਿੰਗ ਸਮਝ ਲੱਗ ਗਿਆ, ਬੱਚੇ ਨੂੰ ਪਤਾ ਹੈਗਾ ਕਿ ਕੁਐਸਚਨ ਦਾ ਮੀਨਿੰਗ ਕੀ ਬਣ ਰਿਹਾ। ਠੀਕ ਹੈ, ਅੱਗੇ ਆਈ ਹੈਵ ਐਵਰ ਫਰਮਲੀ ਐਗਰੀ ਵਿਦ ਦਿਸ ਨੋਸ਼ਨ। ਹੁਣ ਮੈਂ ਐਗਰੀ ਕਰਦਾ ਤਾਂ ਮੈਂ ਐਗਰੀ ਲਿਖਿਆ, ਤੁਸੀਂ ਡਿਸਐਗਰੀ ਕਰਦੇ ਹੋ ਤੁਸੀਂ ਡਿਸਐਗਰੀ ਲਿਖ ਸਕਦੇ ਹੋ। ਠੀਕ ਹੈ, ਆਈ ਹੈਵ ਐਵਰ ਫਰਮਲੀ ਐਗਰੀ ਵਿਦ ਦਿਸ ਨੋਸ਼ਨ। ਅ ਨੰਬਰ ਆਫ ਆਈਡੀਆਜ਼ ਸਰਾਊਂਡ ਮਾਈ ਓਪੀਨੀਅਨ ਵਿਚ ਵੁੱਡ ਬੀ ਐਕਸਪਲੀਕੇਟਿਡ ਹੁੰਦਾ, ਐਕਸਪਲੇਨਡ ਫੋਰਥਕਮਿੰਗ ਹੁੰਦਾ ਅੱਗੇ ਆਉਣ ਵਾਲੇ, ਵਿਚ ਵੁੱਡ ਬੀ ਐਕਸਪਲੀਕੇਟਿਡ ਇਨ ਦਾ ਫੋਰਥਕਮਿੰਗ ਪੈਰਾਗ੍ਰਾਫਸ, ਮਤਲਬ ਜੋ ਕਿ ਐਕਸਪਲੇਨ ਕੀਤੇ ਜਾਣਗੇ ਆਉਣ ਵਾਲੇ ਪੈਰਾਗ੍ਰਾਫਸ 'ਚ। ਸਮਝ ਲੱਗ ਗਈ ਜੀ। ਇਹ ਹੋ ਗਈ ਆਪਣੀ ਐਗਰੀ ਔਰ ਡਿਸਐਗਰੀ ਦੀ। ਉਸ ਤੋਂ ਬਾਅਦ ਆਪਣੀ ਆਉਂਦੀ ਹੈ ਜੀ ਸੈਕਿੰਡ ਟੈਂਪਲੇਟ, ਜੋ ਕਿ ਐਗਰੀ ਔਰ ਡਿਸਐਗਰੀ ਦੀ ਹੀ ਹੈਗੀ ਹੈ। ਠੀਕ ਹੈ, ਇਹਦੀਆਂ ਦੋ ਟੈਂਪਲੇਟਸ ਹੈਗੀਆਂ। ਦੂਸਰੀ ਟੈਂਪਲੇਟ ਡਿਸਕਸ ਕਰਦੇ ਹਾਂ। ਨੈਕਸਟ ਟੈਂਪਲੇਟ ਹੈਗੀ ਹੈ ਜੀ ਅਗੇਨ ਐਗਰੀ ਔਰ ਡਿਸਐਗਰੀ ਦੀ ਟੈਂਪਲੇਟ। ਠੀਕ ਹੈ, ਇਹਦੇ 'ਚ ਆਪਾਂ ਫਿਰ ਤੋਂ ਜੋ ਸੈਕਿੰਡ ਟੈਂਪਲੇਟ ਹੈ ਇਹ ਡਿਸਕਸ ਕਰਾਂਗੇ ਆਪਾਂ ਐਗਰੀ ਔਰ ਡਿਸਐਗਰੀ ਲਈ। ਮੈਂ ਸੁਜੈਸਟ ਕਰੂੰਗਾ ਕਿ ਤੁਸੀਂ ਇਹ ਵਾਲੀ ਟੈਂਪਲੇਟ ਯੂਜ਼ ਕਰੋ ਬਿਕੋਜ਼ ਇਹ ਬੈਟਰ ਹੈਗੀ ਹੈ ਤੇ ਥੋੜੀ ਲੰਬੀ ਹੈਗੀ ਹੈ, ਤੁਹਾਡੇ ਲੈਂਥ ਵੀ ਵੱਧ ਜੂਗੀ, ਤੁਹਾਨੂੰ ਅੱਗੇ ਥੋੜਾ ਘੱਟ ਲਿਖਣਾ ਪਊਗਾ ਐਂਡ ਇਹ ਬਹੁਤ ਹੀ ਅੱਛੀ ਟੈਂਪਲੇਟ ਹੈ ਐਜ਼ ਕੰਪੇਅਰ ਟੂ ਪ੍ਰੀਵੀਅਸ ਟੈਂਪਲੇਟ। ਠੀਕ ਹੈ ਜੀ, ਪੜ੍ਹੋ ਇਹਨੂੰ। In contemporary society, there are numerous contentious issues that elicit contrasting viewpoints, prompting individuals to either agree or disagree. Nowadays, it is often believed that dash. I, however, firmly agree या फिर disagree with this notion. This essay aims to explore and elucidate some points validating my opinion. देखो length किन्नी है and ਇਹਦੇ 'ਚ ਇੱਕ ਵਧੀਆ ਤਰੀਕੇ ਨਾਲ ਦੱਸਿਆ ਹੋਇਆ, ਇੱਕ ਮੀਨਿੰਗ ਬਣ ਰਿਹਾ ਲਾਈਨ ਦਾ। ਠੀਕ ਹੈ, ਸੋ ਤੁਸੀਂ ਮੈਂ ਸੁਜੈਸਟ ਕਰੂੰਗਾ ਕਿ ਤੁਸੀਂ ਇਹਨੂੰ ਯੂਜ਼ ਕਰੋ ਐਜ਼ ਕੰਪੇਅਰ ਟੂ ਪ੍ਰੀਵੀਅਸ। ਇਹਦੀ ਟਰਾਂਸਲੇਸ਼ਨ ਦੇਖੋ। ਸਮਕਾਲੀ ਸਮਾਜ ਵਿੱਚ ਤੁਸੀਂ ਇੱਦਾਂ ਕਹਿ ਸਕਦੇ ਜੋ ਇਸ ਟਾਈਮ ਸੁਸਾਇਟੀ ਚੱਲ ਰਹੀ ਹੈ, ਜੋ ਹੁਣ ਦਾ ਸਮਾਜ ਹੈ ਉਹਨੂੰ ਕਹਿੰਦੇ ਆ ਸਮਕਾਲੀ ਸਮਾਜ। ਸਮਕਾਲੀ ਸਮਾਜ ਵਿੱਚ ਬਹੁਤ ਸਾਰੇ ਵਿਵਾਦਪੂਰਨ ਮੁੱਦੇ ਹਨ ਜੋ ਕਿ ਵਿਪਰੀਤ ਦ੍ਰਿਸ਼ਟੀਕੋਣ ਪੈਦਾ ਕਰਦੇ ਹਨ। that elicit contrasting viewpoints, ਲਾ ਫਿਰ ਅਲੱਗ-ਅਲੱਗ ਧਾਰਨਾ ਜਾਂ ਫਿਰ ਅਲੱਗ-ਅਲੱਗ ਵਿਚਾਰਾਂ ਨੂੰ ਬਰਥ ਦਿੰਦੇ ਹਨ, ਜਨਮ ਦਿੰਦੇ ਹਨ। ਵਿਅਕਤੀ ਅਤੇ ਉਹਦੇ ਨਾਲ ਵਿਅਕਤੀਆਂ ਨੂੰ ਸਹਿਮਤ ਜਾਂ ਅਸਹਿਮਤ ਹੋਣ ਲਈ ਉਕਸਾਉਂਦੇ ਹਨ। ਮਤਲਬ ਵਿਅਕਤੀਆਂ ਨੂੰ ਉਕਸਾਉਂਦੇ ਹਨ ਜਾਂ ਫੋਰਸ ਕਰਦੇ ਹਨ ਕਿ ਇਹਦੇ 'ਤੇ ਆਪਦੀ ਰਾਏ ਦੇਣ, ਇਸ ਚੀਜ਼ ਨਾਲ ਸਹਿਮਤ ਜਾਂ ਫਿਰ ਅਸਹਿਮਤ ਹੋਣ। ਅੱਜ ਕੱਲ੍ਹ ਇਹ ਅਕਸਰ ਮੰਨਿਆ ਜਾਂਦਾ ਹੈ ਕਿ ਡੈਸ਼ ਜਾਂ ਫਿਰ ਪੈਰਾਫਰੇਜ਼ ਮੀਨਸ ਉਹੀ ਜੋ ਪਹਿਲੇ ਸਮਝਾਇਆ ਕਿ ਕੁਐਸਚਨ ਨੂੰ ਪੈਰਾਫਰੇਜ਼ ਕਰਨਾ ਹੈ। ਮੈਂ ਹਾਲਾਂਕਿ ਇਹ ਧਾਰਨਾ ਨਾਲ ਦ੍ਰਿੜਤਾ ਨਾਲ ਸਹਿਮਤ ਜਾਂ ਅਸਹਿਮਤ ਹਾਂ। ਇਸ ਲੇਖ ਦਾ ਉਦੇਸ਼ ਮੇਰੀ ਰਾਏ ਨੂੰ ਪ੍ਰਮਾਣਿਤ ਕਰਨ ਵਾਲੇ ਕੁਝ ਨੁਕਤਿਆਂ ਦੀ ਪੜਚੋਲ ਜਾਂ ਫਿਰ ਐਕਸਪਲੇਨ ਕਰਨਾ ਅਤੇ ਸਪਸ਼ਟ ਕਰਨਾ ਹੈ। ਸਮਝ ਲੱਗ ਗਈ ਜੀ।
ਦੇਖੋ ਕਿੰਨੀ ਵਧੀਆ ਟੈਂਪਲੇਟ ਹੈਗੀ ਆ। ਫਿਰ ਤੋਂ ਰੀਡ ਕਰਦੇ ਆ। In contemporary society, there are numerous contentious issues that elicit contrasting viewpoints, prompting individuals to either agree or disagree. Nowadays, it is often believed that dash या फिर paraphrase, I however firmly agree या फिर disagree with this notion. This essay aims to explore and elucidate some viewpoints validating my opinion. ठीक है जी, ਅੱਗੇ ਚੱਲਦੇ ਹਾਂ। ਅੱਗੇ ਆ ਗਈ ਐਡਵਾਂਟੇजेस ਜਾਂ ਫਿਰ ਡਿਸਐਡਵਾਂਟੇजेस ਦੀ ਟੈਂਪਲੇਟ। ਸਰ ਇਹਦੀ ਤੁਸੀਂ ਐਗਜ਼ਾਮਪਲ ਨਹੀਂ ਦਿੱਤੀ, ਐਗਜ਼ਾਮਪਲ ਖੁਦ ਹੀ ਨਹੀਂ ਦਿੱਤੀ। ਐਗਜ਼ਾਮਪਲ ਤੁਸੀਂ ਕਮੈਂਟਸ ਦਿਓ ਕਿ ਇਹਨੂੰ ਸਰ ਜੇ ਤੁਹਾਨੂੰ ਸਮਝ ਲੱਗ ਗਈ ਤਾਂ ਇਹਨੂੰ ਕਿੱਦਾਂ ਯੂਜ਼ ਕਰੋਗੇ ਮੈਨੂੰ ਦੱਸੋ। ਕੁਐਸਚਨ ਤੁਸੀਂ ਪ੍ਰੀਵੀਅਸ ਹੀ ਚੱਕ ਸਕਦੇ ਹੋ, ਜੋ ਆਹ ਵਾਲਾ ਕੁਐਸਚਨ ਹੈ ਤੁਸੀਂ ਇਹਨੂੰ ਹੀ ਚੱਕ ਸਕਦੇ ਹੋ। ਠੀਕ ਹੈ, ਇਹਨੂੰ ਇਹ ਵਾਲੇ ਕੁਐਸਚਨ ਦੇ ਅਕੋਰਡਿੰਗ ਤੁਸੀਂ ਮੈਨੂੰ ਆਹ ਵਾਲੀ ਟੈਂਪਲੇਟ ਯੂਜ਼ ਕਰਕੇ ਕਮੈਂਟਸ ਵਿੱਚ ਦੱਸੋ ਕਿ ਤੁਹਾਨੂੰ ਕਿੰਨੀ ਕੁ ਸਮਝ ਲੱਗੀ, ਤੁਸੀਂ ਕਿੱਦਾਂ ਯੂਜ਼ ਕਰੋਗੇ। ਤੁਸੀਂ ਸਿਰਫ ਇੱਕ ਚੀਜ਼ ਕਰਨੀ ਹੈ ਕਿ ਬਾਕੀ ਸਾਰੇ ਨੂੰ ਸਮਝ ਕੇ ਰੱਟਾ ਲਾ ਲੈਣਾ। ਰੱਟਾ ਹਾਲਾਂਕਿ ਵਰਡ ਮੈਂ ਯੂਜ਼ ਕਰ ਰਿਹਾ ਜੋ ਕਿ ਗਲਤ ਹੈ, ਤੁਸੀਂ ਸਮਝਣਾ ਹੈ। ਸਮਝ ਕੇ ਤਾਂ ਕਿ ਤੁਹਾਨੂੰ ਪਤਾ ਚੱਲ ਜੇ ਕਿ ਇਹਦਾ ਮੀਨਿੰਗ ਕੀ ਹੈਗਾ। ਕਈ ਵਾਰ ਇੱਕ ਦੋ ਵਰਡ ਇੱਧਰ ਉੱਧਰ ਹੀ ਹੁੰਦਾ, ਤੁਸੀਂ ਉਹਦੀ ਜਗ੍ਹਾ ਕੋਈ ਹੋਰ ਵਰਡ ਯੂਜ਼ ਕਰ ਦਿਓ। ਠੀਕ ਹੈ, ਪਰ ਐਟਲੀਸਟ ਤੁਹਾਨੂੰ ਸਮਝ ਲੱਗਣੀ ਚਾਹੀਦੀ ਹੈ, ਐਗਜ਼ੈਕਟ ਕ੍ਰੈਮਿੰਗ ਕਰਕੇ ਨਹੀਂ ਜਾਣਾ। ਠੀਕ ਹੈ, ਜੋ ਟੌਪਿਕ ਹੈ ਜਿੱਥੇ ਪੈਰਾਫਰੇਜ਼ ਕਰਨਾ ਹੈ ਉੱਥੇ ਤੁਸੀਂ ਆਪਦਾ ਦਿਮਾਗ ਲਾਉਣਾ ਹੈ, ਅੱਛੇ ਤਰੀਕੇ ਨਾਲ ਪੈਰਾਫਰੇਜ਼ ਕਰਨਾ ਹੈ। ਠੀਕ ਹੈ, ਕਮੈਂਟਸ ਵਿੱਚ ਜਲਦੀ ਦੱਸੋ ਹੁਣੇ ਪੌਜ਼ ਕਰਕੇ ਤੁਹਾਨੂੰ ਕਿੰਨੀ ਕੁ ਸਮਝ ਲੱਗੀ ਤੇ ਤੁਸੀਂ ਇਹਦੇ ਅਕੋਰਡਿੰਗ ਜੋ ਜਿਵੇਂ ਪਹਿਲੇ ਪੈਰਾਫਰੇਜ਼ ਕਰਿਆ ਉੱਦਾਂ ਨਹੀਂ ਕਰਨਾ, ਆਪਦੀ ਵਰਡਿੰਗ 'ਚ ਲਿਖਣਾ। ਠੀਕ ਹੈ, ਅੱਗੇ ਚੱਲਦੇ ਹਾਂ। ਅੱਗੇ ਵਾਲੀ ਹੈਗੀ ਐਡਵਾਂਟੇजेस ਔਰ ਡਿਸਐਡਵਾਂਟੇजेस ਵਾਲੀ ਟੈਂਪਲੇਟ। ਸਭ ਤੋਂ ਪਹਿਲੇ ਟੌਪਿਕ, ਇੱਥੇ ਕੀ ਆਪਣਾ ਕੋਰ ਟੌਪਿਕ ਆਊਗਾ ਜਿੱਥੇ ਟੌਪਿਕ ਲਿਖਿਆ has affected our life ਜਾਂ society ਜਾਂ surroundings ਜਾਂ environment at a significant level. ਲਾਈਨ ਰਿਲੇਟਿਡ ਟੂ ਟੌਪਿਕ ਆਊਗੀ। ਉਸ ਤੋਂ ਬਾਅਦ ਸਮਝ ਨਹੀਂ ਲੱਗੀ ਤਾਂ ਮੈਂ ਦੱਸਦਾ, ਉਸ ਟੌਪਿਕ ਦੇ ਰਿਲੇਟਿਡ ਇੱਕ ਲਾਈਨ ਆਊਗੀ। ਕੋਈ ਵੀ ਲਾਈਨ ਲਿਖ ਦਿਓ ਜਿਹਨੂੰ ਆਪਾਂ ਯੂਨੀਵਰਸਲ ਲਾਈਨ ਕਹਿ ਦਈਦਾ, ਉਹ ਵਾਲੀ ਲਾਈਨ। ਠੀਕ ਹੈ, ਉਹ ਆਊਗੀ ਇਸ ਤੋਂ ਬਾਅਦ। ਉਸ ਤੋਂ ਅੱਗੇ ਕੀ ਹੈ, ਟੂ ਮੀ ਇਟ ਸੀਮਸ ਦੈਟ ਡੈਸ਼ ਹੈਜ਼ ਫਾਰ ਮੋਰ ਲੈਸ ਮੈਰਿਟਸ ਐਡਵਾਂਟੇजेस ਜਾਂ ਫਿਰ ਪ੍ਰੋਜ਼ as compared to its demerits ਜਾਂ disadvantages ਜਾਂ cons। ਠੀਕ ਹੈ, ਇਹ ਹੁਣ ਸਿਨੋਨੀਮਸ ਹੈਗੇ ਆ, ਇਹਨਾਂ ਤਿੰਨਾਂ 'ਚ ਕੋਈ ਇੱਕ ਯੂਜ਼ ਕਰਨਾ ਹੈ, ਤਿੰਨੋਂ ਯੂਜ਼ ਨਹੀਂ ਕਰਨੇ, ਬਿਲਕੁਲ ਹੀ ਮਤਲਬ ਗਲਤ ਹੋ ਜਾਏਗਾ, ਪੂਰੀ ਇੰਟਰੋ ਗਲਤ ਹੋ ਜੂਗੀ। ਸਿਰਫ ਇੱਕ ਯੂਜ਼ ਕਰਨਾ ਹੈ। ਠੀਕ ਹੈ, ਮੈਰਿਟਸ ਜਾਂ ਐਡਵਾਂਟੇजेस ਜਾਂ ਪ੍ਰੋਜ਼ ਐਂਡ ਮੋਰ ਐਂਡ ਲੈਸ ਵਿੱਚੋਂ ਵੀ ਇੱਕ ਹੀ ਚੂਜ਼ ਕਰਨੀ ਹੈ, ਦੋਨੋਂ ਯੂਜ਼ ਨਹੀਂ ਕਰਨੀ ਹੈ। ਜਾਂ ਮੋਰ ਲਿਖੋ ਜਾਂ ਲੈਸ ਲਿਖੋ, ਉਸ ਤੋਂ ਬਾਅਦ ਮੈਰਿਟਸ ਲਿਖੋ ਜਾਂ ਐਡਵਾਂਟੇजेस ਲਿਖੋ ਜਾਂ ਪ੍ਰੋਜ਼ ਲਿਖੋ। ਠੀਕ ਹੈ, ਇੱਕ ਹੀ ਲਿਖਣਾ ਹੈ। ਜਿਨ੍ਹਾਂ ਚੀਜ਼ਾਂ ਵਿੱਚ ਸਲੈਸ਼ ਆ ਰਹੀ ਆ ਉਹਨਾਂ ਮਤਲਬ ਉਹਨਾਂ 'ਚੋਂ ਇੱਕ ਹੀ ਚੀਜ਼ ਲਿਖਣੀ ਹੈ ਇੱਥੇ। ਠੀਕ ਹੈ ਜੀ, ਕੰਫਿਊਜ਼ ਨਹੀਂ ਹੋਣਾ। ਮੈਂ ਪਹਿਲੇ ਵੀ ਬਹੁਤ ਵਾਰ ਕਿਹਾ, ਹੁਣ ਵੀ ਕਹਿ ਰਿਹਾ, ਸਮਝ ਕੇ ਕਰਨਾ। ਠੀਕ ਹੈ, ਅੱਗੇ ਆਪਣੀ ਉਹ ਥੀਸਿਸ ਹੀ ਹੈ ਕਿ ਟੂ ਮੀ ਇਟ ਸੀਮਸ ਦੈਟ ਡੈਸ਼ ਹੈਜ਼ ਫਾਰ ਮੋਰ ਮੈਰਿਟਸ ਜਾਂ ਡੀਮੈਰਿਟਸ। ਟੂ ਸਪੋਰਟ ਮਾਈ ਬਿਲੀਫ ਆਈ ਸ਼ੈਲ ਸ਼ੈਡ ਲਾਈਟ ਔਨ ਮਾਈ ਥੋਟਸ ਇਨ ਦਾ ਫੋਰਥਕਮਿੰਗ ਪੈਰਾਗ੍ਰਾਫ। ਠੀਕ ਹੈ ਜੀ, ਸਮਝ ਲੱਗੀ? ਜੇ ਨਹੀਂ ਲੱਗੀ ਤਾਂ ਅੱਗੇ ਲੱਗ ਜੂਗੀ। ਦੇਖੋ ਟ੍ਰਾਂਸਲੇਸ਼ਨ, ਸਭ ਤੋਂ ਪਹਿਲਾ ਵਿਸ਼ਾ। ਠੀਕ ਹੈ, ਜੋ ਆਪਣਾ ਕੋਰ ਟੌਪਿਕ ਹੈ। ਡੈਸ਼ ਨੇ ਸਾਡੇ ਜੀਵਨ ਜਾਂ ਸਮਾਜ ਜਾਂ ਵਾਤਾਵਰਣ ਨੂੰ ਮਹੱਤਵਪੂਰਨ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ। ਉਸ ਤੋਂ ਅੱਗੇ ਵਿਸ਼ੇ ਨਾਲ ਸੰਬੰਧਿਤ ਲਾਈਨ, ਕੋਈ ਵੀ ਇੱਕ ਲਾਈਨ ਰਿਲੇਟਿਡ ਟੂ ਦਾ ਟੌਪਿਕ ਲਿਖ ਦੇਣੀ ਹੈ, ਯੂਨੀਵਰਸਲ ਲਾਈਨ ਲਿਖ ਦੇਣੀ ਹੈ। ਮੇਰੇ ਲਈ ਇਹ ਜਾਪਦਾ ਹੈ, ਮੀਨਸ ਮੈਨੂੰ ਲੱਗਦਾ ਹੈ ਕਿ ਡੈਸ਼ ਵਿੱਚ ਇਸ ਦੇ ਨੁਕਸਾਨ ਦੀ ਤੁਲਨਾ, ਅੱਛਾ ਥੋੜਾ ਗਲਤ ਹੋ ਗਈ ਟ੍ਰਾਂਸਲੇਸ਼ਨ, ਮਤਲਬ ਮੈਨੂੰ ਇਹ ਲੱਗਦਾ ਹੈ ਕਿ ਇਹਦੀ ਐਡਵਾਂਟੇजेस ਜੋ ਹੈਗੀਆਂ ਉਹ ਡਿਸਐਡਵਾਂਟੇजेस ਨਾਲੋਂ ਜ਼ਿਆਦਾ ਹੈ। ਤੁਸੀਂ ਉੱਪਰ ਨੀਚੇ ਕਰਨ ਦੇ ਬਜਾਏ ਮੋਰ ਔਰ ਲੈਸ ਕਰ ਦਿਓ। ਠੀਕ ਹੈ, ਕਿ ਹਾਂ ਇਹਦੀ ਐਡਵਾਂਟੇजेस ਘੱਟ ਹੈਗੀਆਂ। ਚਲੋ ਮੈਂ ਰੀਡ ਕਰਕੇ ਦੱਸਦਾ, ਤੁਸੀਂ ਇੱਦਾਂ ਲਿਖ ਸਕਦੇ ਹੋ, ਟੂ ਮੀ ਇਟ ਸੀਮਸ ਦੈਟ ਟੌਪਿਕ ਹੈਜ਼ ਫਾਰ ਮੋਰ ਮੈਰਿਟਸ ਜਾਂ ਐਡਵਾਂਟੇजेस ਐਜ਼ ਕੰਪੇਅਰ ਟੂ ਇਟਸ ਡੀਮੈਰਿਟਸ। ਠੀਕ ਹੈ, ਜੇ ਤੁਹਾਨੂੰ ਇਹ ਲੱਗਦਾ ਹੈ ਕਿ ਹਾਂ ਇਹਦੀਆਂ ਜੋ ਐਡਵਾਂਟੇजेस ਹੈਗੀਆਂ ਉਹ ਜ਼ਿਆਦਾ ਹੈਗੀਆਂ ਤਾਂ ਫਿਰ ਤੁਸੀਂ ਮੋਰ ਲਿਖ ਦੇਣਾ, has far more advantages as compared to its disadvantages। ਠੀਕ ਹੈ, ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ, ਜੇ ਮੈਰਿਟ ਲਿਖਣਾ ਹੈ ਤਾਂ ਅੱਗੇ ਡੀਮੈਰਿਟ ਲਿਖੋਗੇ, ਜੇ ਐਡਵਾਂਟੇਜ ਲਿਖਣਾ ਹੈ ਤਾਂ ਅੱਗੇ ਡਿਸਐਡਵਾਂਟੇਜ ਲਿਖੋਗੇ, ਜੇ ਪ੍ਰੋਜ਼ ਲਿਖਣਾ ਹੈ ਤਾਂ ਅੱਗੇ ਕੌਨਸ ਲਿਖੋਗੇ। ਸ਼ਫਲ ਨਹੀਂ ਕਰਨਾ, ਜਿੱਦਾਂ ਸੀਕੁਐਂਸ ਵਿੱਚ ਦਿੱਤਾ ਉੱਦਾਂ ਹੀ ਲਿਖਣਾ ਹੈ। ਇੱਕ ਵਰਡ ਦਾ ਆਪੋਜ਼ਿਟ ਦਿੱਤਾ ਹੋਇਆ ਹੈ, ਐਗਜ਼ੈਕਟ ਜਗ੍ਹਾ 'ਤੇ ਦਿੱਤਾ ਹੋਇਆ, ਤੁਸੀਂ ਸ਼ਫਲ ਨਹੀਂ ਕਰਨਾ, ਕਨਫਿਊਜ਼ ਨਹੀਂ ਹੋਣਾ। ਠੀਕ ਹੈ ਜੀ, ਦੇਖੋ ਹੁਣ ਜੇ ਆਪਾਂ ਕਹੀਏ ਕਿ ਸਰ ਐਡਵਾਂਟੇजेस ਘੱਟ ਆ, ਫਿਰ ਕੀ ਕਰਾਂਗੇ? ਫਿਰ ਮੋਰ ਦੀ ਜਗ੍ਹਾ ਲੈਸ ਲਿਖ ਦਾਂਗੇ। ਟੂ ਮੀ ਇਟ ਸੀਮਸ ਦੈਟ ਟੌਪਿਕ ਹੈਜ਼ ਲੈਸ ਐਡਵਾਂਟੇजेस ਐਜ਼ ਕੰਪੇਅਰ ਟੂ ਇਟਸ ਡਿਸਐਡਵਾਂਟੇजेस। ਸਮਝ ਲੱਗ ਗਈ ਜੀ? ਟੂ ਸਪੋਰਟ ਮਾਈ ਬਿਲੀਫ ਆਈ ਸ਼ੈਲ ਸ਼ੈਡ ਲਾਈਟ ਔਨ ਮਾਈ ਥੋਟਸ ਇਨ ਦਾ ਫੋਰਥਕਮਿੰਗ ਪੈਰਾਗ੍ਰਾਫਸ। ਠੀਕ ਹੈ, ਹੁਣ ਤੱਕ ਸਮਝ ਲੱਗ ਜਾਣੀ ਚਾਹੀਦੀ ਹੈ। ਐਗਜ਼ਾਮਪਲ 'ਤੇ ਆਉਂਦੇ ਹਾਂ। ਨਿਊ ਟੈਕਨੋਲੋਜੀਜ਼ ਹੈਵ ਚੇਂਜ ਦਾ ਵੇ ਚਿਲਡਰਨ ਸਪੈਂਡ देयर ਟਾਈਮ। ਮੀਨਸ ਜੋ ਨਵੀਂ ਟੈਕਨੋਲੋਜੀ ਆਈ ਆ ਉਹਨੇ ਬੱਚਿਆਂ ਦਾ
ਤਰੀਕਾ ਬਦਲ ਦਿੱਤਾ ਆਪਦਾ ਟਾਈਮ ਸਪੈਂਡ ਕਰਨ ਦਾ। ਡੂ ਯੂ ਥਿੰਕ ਦ ਐਡਵਾਂਟੇਜਸ ਆਫ ਦਿਸ ਟ੍ਰੈਂਡ ਆਊਟਵੇਟ ਦਾ ਡਿਸਐਡਵਾਂਟੇਜ, ਮੀਨਸ ਕਿ ਤੁਹਾਨੂੰ ਲੱਗਦਾ ਹੈ ਜੋ ਐਡਵਾਂਟੇਜਸ ਹੈਗੀਆਂ ਉਹ ਜ਼ਿਆਦਾ ਹੈਗੀਆਂ ਡਿਸਐਡਵਾਂਟੇਜਸ ਤੋਂ ਨਿਊ ਟੈਕਨੋਲੋਜੀ ਦੀਆਂ। ਹੁਣ ਸਭ ਤੋਂ ਪਹਿਲਾਂ ਕੀ ਹੈ ਟੌਪਿਕ ਦੀ ਜਗ੍ਹਾ ਕੀ ਆ ਗਿਆ ਆਪਣਾ ਟੈਕਨੋਲੋਜੀ ਹੈਜ਼ ਅਫੈਕਟਡ ਆਵਰ ਲਿਵਸ। ਹੁਣ ਲਾਈਫ ਦੀ ਜਗ੍ਹਾ ਆਪਾਂ ਲਿਵਸ ਲਿਖਤਾ, ਜ਼ਿੰਦਗੀਆਂ, ਉੱਥੇ ਜ਼ਿੰਦਗੀ ਇੱਥੇ ਜ਼ਿੰਦਗੀਆਂ ਐਟ ਸਿਗਨੀਫਿਕੈਂਟ ਲੈਵਲ ਇਨ ਰੀਸੈਂਟ ਈਅਰਸ। A great contrast has been seen between the activities children do in their leisure time। ਪੈਰਾਫਰੇਜ਼ ਕਰਤਾ ਆਪਾਂ ਇੱਥੇ ਕੁਐਸਚਨ ਨੂੰ ਪੈਰਾਫਰੇਜ਼ ਕਰਤਾ, ਠੀਕ ਹੈ। ਜਿੱਥੇ ਕਿਹਾ ਸੀ ਲਾਈਨ ਰਿਲੇਟਡ ਟੂ ਦ ਟੌਪਿਕ, ਜਾਂ ਫਿਰ ਆਪਾਂ ਤੇ ਪੈਰਾਫਰੇਜ਼ਮੈਂਟ ਲਿਖਣਾ ਚਾਹੀਦਾ ਸੀ। ਲਾਈਨ ਰਿਲੇਟਡ ਟੂ ਦ ਟੌਪਿਕ ਦੀ ਜਗ੍ਹਾ ਆਪਾਂ ਤੇ ਪੈਰਾਫਰੇਜ਼ ਕਰਾਂਗੇ, ਠੀਕ ਹੈ। ਇਨ ਰੀਸੈਂਟ ਈਅਰਸ ਅ ਗ੍ਰੇਟ ਕੰਟਰਾਸਟ ਹੈਜ਼ ਬੀਨ ਸੀਨ ਬਿਟਵੀਨ ਦ ਐਕਟੀਵਿਟੀਜ਼ children do in their leisure time। ਉੱਥੇ ਕੀ ਹੈ, ਨਿਊ ਟੈਕਨੋਲੋਜੀ have changed the way children spend their time। ਨਵੀਂ ਟੈਕਨੋਲੋਜੀ ਨੇ ਤਰੀਕਾ ਬਦਲ ਦਿੱਤਾ ਹੈ ਬੱਚਿਆਂ ਦਾ ਆਪਦਾ ਟਾਈਮ ਸਪੈਂਡ ਕਰਨ ਦਾ। ਤੇ ਆਪਾਂ ਇੱਥੇ ਕੀ ਲਿਖਿਆ, ਇਨ ਰੀਸੈਂਟ ਈਅਰਸ ਅ ਗ੍ਰੇਟ ਕੰਟਰਾਸਟ ਹੈਜ਼ ਬੀਨ ਸੀਨ ਬਿਟਵੀਨ ਦ ਐਕਟੀਵਿਟੀਜ਼ children do in their leisure time means free time। To me it seems that modern technology has far more merits as compared to its demerits। To support my belief I shall shed light on my thoughts in the forthcoming paragraphs। ਹੋ ਗਿਆ ਜੀ, ਸਮਝ ਲੱਗ ਗਈ। ਜੇ ਸਮਝ ਨਹੀਂ ਲੱਗੀ ਤਾਂ ਬੈਕ ਕਰਕੇ ਦੇਖੋ, ਫਿਰ ਤੋਂ ਦੇਖੋ, ਸਮਝ ਲੱਗ ਜੂਗੀ। ਬਟ ਪ੍ਰੈਕਟਿਸ ਜ਼ਰੂਰੀ ਹੈ। ਪੋਜ਼ ਕਰਕੇ ਭਾਵੇਂ ਹੁਣੇ 2-3 ਕੁਐਸਚਨ ਚੱਕ ਕੇ ਦੀ ਪ੍ਰੈਕਟਿਸ ਕਰ ਲਓ। ਪ੍ਰੈਕਟਿਸ ਬਹੁਤ ਜ਼ਰੂਰੀ ਹੈ, ਠੀਕ ਹੈ। ਤੇ ਕਮੈਂਟਸ ਵਿੱਚ ਜ਼ਰੂਰ ਲਿਖਣਾ। ਅੱਗੇ ਚੱਲਦੇ ਹਾਂ ਜੀ। ਹੁਣ ਇੱਥੇ ਆ ਗਈ ਆਪਣੀ ਸੈਕਿੰਡ ਟੈਂਪਲੇਟ। ਇਹ ਵੀ ਐਡਵਾਂਟੇਜਸ ਜਾਂ ਡਿਸਐਡਵਾਂਟੇਜ ਦੀ ਹੀ ਹੈ। By analyzing the advantages and drawbacks of different perspectives, we can gain a deeper understanding of the complexities involved in forming and defending our opinions। ਸਮਝ ਲੱਗੀ? ਨਹੀਂ ਲੱਗੀ ਸਰ, ਅੱਗੇ ਲੱਗ ਜਾਏਗੀ, ਟ੍ਰਾਂਸਲੇਸ਼ਨ 'ਚ ਲੱਗ ਜਾਏਗੀ, ਕੋਈ ਚੱਕਰ ਨਹੀਂ। ਉਸ ਤੋਂ ਬਾਅਦ ਆਪਾਂ ਕਰਦੇ ਹਾਂ ਪੈਰਾਫਰੇਜ਼। ਦਿਸ ਐਸੇ ਏਮਸ ਟੂ ਐਕਸਪਲੋਰ ਦ ਇਫੈਕਟਸ ਆਫ ਡੈਸ਼। ਬਸ ਗੱਲ ਖਤਮ। ਛੋਟੀ ਜਿਹੀ ਟੈਂਪਲੇਟ ਹੈ ਬਟ ਬਹੁਤ ਹੀ ਵਧੀਆ ਟੈਂਪਲੇਟ ਹੈ। ਤੁਸੀਂ ਦੋਵਾਂ 'ਚੋਂ ਕੋਈ ਵੀ ਯੂਜ਼ ਕਰ ਸਕਦੇ ਹੋ। ਦੋਨੋਂ ਈਜ਼ੀ ਜਿਹੇ ਟੈਂਪਲੇਟਸ ਆ। ਇਹ ਵੀ ਈਜ਼ੀ ਹੈ, ਉਹ ਵੀ ਈਜ਼ੀ ਹੈ, ਬਟ ਜੋ ਤੁਹਾਨੂੰ ਸਹੀ ਲੱਗਦੀ ਹੈ ਤੁਸੀਂ ਉਹਨੂੰ ਯੂਜ਼ ਕਰਨਾ ਹੈ। ਮੈਂ ਧੱਕਾ ਨਹੀਂ ਕਰੂੰਗਾ, ਮੈਂ ਨਹੀਂ ਕਹੂੰਗਾ ਇਹ ਵਧੀਆ ਹੈ ਉਹ ਵਧੀਆ ਹੈ। ਜੋ ਤੁਹਾਨੂੰ ਵਧੀਆ ਲੱਗਦੀ ਹੈ, ਜਿਹਦੀ ਤੁਹਾਨੂੰ ਸਮਝ ਲੱਗ ਗਈ ਤੁਸੀਂ ਉਹ ਯੂਜ਼ ਕਰੋ, ਕੋਈ ਚੱਕਰ ਨਹੀਂ। ਸਾਰੀਆਂ ਹੀ ਚੁਣ ਕੇ ਲਿਖੀਆਂ, ਵਧੀਆ ਟੈਂਪਲੇਟਸ ਲਿਖੀਆਂ, ਤਾਂ ਹੀ ਵੀਡੀਓ ਲੈ ਕੇ ਆਏ ਹਾਂ। ਨੋਰਮਲ ਜੇ 6 ਬੈਂਡ ਵਾਲੀ 6.5 ਵਾਲੀ ਆ ਟੈਂਪਲੇਟਸ ਨਹੀਂ ਹੈਗੀਆਂ। ਤੁਸੀਂ ਵਧੀਆ ਥੋੜ੍ਹੇ ਸਿਨੋਨੀਅਮ ਯੂਜ਼ ਕਰੋਗੇ, ਪੈਰਾਫਰੇਜ਼ ਵਧੀਆ ਕਰੋਗੇ ਤਾਂ 7 ਬੈਂਡਸ ਕੀਤੇ ਨਹੀਂ ਗਈ। ਹਾਲਾਂਕਿ ਇਹ ਸਿਰਫ ਇੰਟਰੋ ਦੀਆਂ BP1 BP2 BP3 ਵਿੱਚ ਵੀ ਆਪਾਂ ਉੱਦਾਂ ਹੀ ਕਰਨਾ ਹੈ। ਇਹ ਨਹੀਂ ਕਿ ਸਿਰਫ ਇੰਟਰੋ ਵਧੀਆ ਲਿਖਤੀ ਤਾਂ ਬੈਂਡ ਆ ਜਾਣਗੇ, ਨਹੀਂ। ਆਪਾਂ BP1-2 ਦੀਆਂ ਵੀ ਉੱਦਾਂ ਦੀਆਂ ਹੀ ਟੈਂਪਲੇਟਸ ਲੈ ਕੇ ਆਵਾਂਗੇ, ਠੀਕ ਹੈ, ਅੱਗੇ ਵਾਲੇ ਵੀਡੀਓਜ਼ ਵਿੱਚ। ਸੋ ਚਲੋ ਇਹਦੀ ਟ੍ਰਾਂਸਲੇਸ਼ਨ 'ਤੇ ਚੱਲਦੇ ਹਾਂ। ਵੱਖ-ਵੱਖ ਦ੍ਰਿਸ਼ਟੀਕੋਣਾਂ ਦੇ ਫਾਇਦਿਆਂ ਅਤੇ ਕਮੀਆਂ ਦਾ ਵਿਸ਼ਲੇਸ਼ਣ ਕਰਕੇ ਅਸੀਂ ਆਪਣੇ ਵਿਚਾਰਾਂ ਨੂੰ ਬਣਾਉਣ ਅਤੇ ਬਚਾਅ ਕਰਨ ਵਿੱਚ ਸ਼ਾਮਲ ਗੁੰਝਲਾਂ ਦੀ ਡੂੰਘੀ ਸਮਝ ਪ੍ਰਾਪਤ ਕਰ ਸਕਦੇ ਹਨ। ਜ਼ਿਆਦਾ ਕੰਫਿਊਜ਼ ਨਹੀਂ ਹੋਣਾ, ਸਿੱਧੀ ਜੀ ਗੱਲ ਹੈ ਕਿ ਆਪਾਂ ਕਿਸੇ ਚੀਜ਼ ਦੇ ਐਡਵਾਂਟੇਜਸ ਜਾਂ ਡਿਸਐਡਵਾਂਟੇਜ ਨੂੰ ਦੇਖ ਕੇ ਆਪਦੇ ਥੋਟਸ ਨੂੰ ਚੇਂਜ ਕਰ ਸਕਦੇ ਹਾਂ, ਠੀਕ ਹੈ, ਆਪਦੇ ਓਪੀਨੀਅਨਸ ਨੂੰ ਚੇਂਜ ਕਰ ਸਕਦੇ ਹਾਂ, ਸਿੱਧੀ ਜੀ ਗੱਲ ਹੈ। ਉਸ ਤੋਂ ਬਾਅਦ ਪੈਰਾਫਰੇਜ਼ ਕਰਦੇ ਨੇ ਟੌਪਿਕ ਨੂੰ ਜਾਂ ਕੁਐਸਚਨ ਨੂੰ। ਉਸ ਤੋਂ ਬਾਅਦ ਇਸ ਲੇਖ ਦਾ ਉਦੇਸ਼ ਹੈ ਕੀ ਹੈ, ਫਿਰ ਉਸ ਤੋਂ ਬਾਅਦ ਜੋ ਵਿਸ਼ਾ ਹੋਏਗਾ ਆਪਣਾ ਕੋਰ ਟੌਪਿਕ ਉਹ ਲਿਖਣਾ ਹੈ। ਡੈਸ਼ ਦੇ ਪ੍ਰਭਾਵਾਂ ਦੀ ਪੜਚੋਲ ਕਰਨਾ, ਠੀਕ ਹੈ। ਆਈ ਹੋਪ ਸਮਝ ਲੱਗ ਗਈ ਹੋਊਗੀ। ਸੋ ਇਹਨੂੰ ਵੀ ਲਿਖੋ ਕਮੈਂਟਸ ਵਿੱਚ, ਠੀਕ ਹੈ। ਜੇ ਤੁਸੀਂ ਸਮਝ ਨਹੀਂ ਲੱਗੀ ਤੁਸੀਂ ਇੱਧਰ ਦੇਖ ਲਓ, ਐਗਜ਼ਾਮਪਲ 'ਚ ਦੇਖ ਸਕਦੇ ਹੋ। ਹੁਣ ਆਪਣਾ ਕੁਐਸਚਨ ਸੇਮ ਹੈ, ਠੀਕ ਹੈ, ਕੁਐਸਚਨ ਬਿਲਕੁਲ ਸੇਮ ਹੈ। ਹੁਣ ਇਹਨੂੰ ਆਪਾਂ ਲਿਖਿਆ ਕਿੱਦਾਂ? By analyzing the advantages and drawbacks of different perspectives, we can gain deeper understanding of the complexities involved in forming and defending our opinions. With the advent of technology, a great contrast has been seen in the activities children prefer to do in their leisure time। ਜਿੱਦਾਂ ਉੱਥੇ ਲਿਖਿਆ ਸੀ ਬਿਲਕੁਲ ਉੱਦਾਂ ਹੀ ਲਿਖਿਆ ਹੋਇਆ ਹੈ, ਠੀਕ ਹੈ, ਬਸ ਥੋੜ੍ਹਾ ਜਿਹਾ ਫਰਕ ਹੈਗਾ। ਵਿਦ ਦਾ ਐਡਵੈਂਟ ਆਫ ਟੈਕਨੋਲੋਜੀ ਇੱਦਾਂ ਲਿਖਿਆ ਹੋਇਆ, ਉੱਥੇ ਲਿਖਿਆ ਹੋਇਆ ਸੀ ਕਿ ਇਨ ਰੀਸੈਂਟ ਈਅਰਸ, ਠੀਕ ਹੈ। ਕਨਫਿਊਜ਼ ਨਹੀਂ ਹੋਣਾ। ਅੱਗੇ ਕੀ ਹੈ? ਦਿਸ ਐਸੇ ਏਮਸ ਟੂ ਐਕਸਪਲੋਰ ਦ ਇਫੈਕਟ ਆਫ ਟੈਕਨੋਲੋਜੀ ਔਨ ਚਿਲਡਰਨਸ ਲਾਈਫ ਐਂਡ ਫਿਗਰ ਆਊਟ ਇਟਸ ਪੋਜ਼ੀਟਿਵ ਐਂਡ ਨੈਗੇਟਿਵ ਆਊਟਕਮਸ, ਠੀਕ ਹੈ ਜੀ, ਸਮਝ ਲੱਗ ਗਈ। ਪੈਰਾਫਰੇਜ਼ਿੰਗ ਦੀ ਕਾਫੀ ਜ਼ਿਆਦਾ ਲੋੜ ਹੁੰਦੀ ਹੈ ਇੱਥੇ। ਪੈਰਾਫਰੇਜ਼ ਕਿੱਦਾਂ ਕਰਦੇ ਹੋ ਬਹੁਤ ਜ਼ਿਆਦਾ ਮੈਟਰ ਕਰਦਾ। ਉੱਥੇ ਹੀ ਤੁਹਾਨੂੰ ਐਗਜ਼ਾਮੀਨਰ ਨੂੰ ਪਤਾ ਚੱਲਦਾ ਕਿ ਤੁਹਾਨੂੰ ਕਿੰਨੀ ਕੁ ਨੌਲੇਜ ਹੈਗੀ ਹੈ। ਹਾਲਾਂਕਿ ਟੈਂਪਲੇਟਸ ਵੀ ਇੱਥੇ ਕਾਫੀ ਵਧੀਆ ਟੈਂਪਲੇਟਸ ਹੈਗੀਆਂ ਜੋ ਪ੍ਰੋਵਾਈਡ ਕੀਤੀਆਂ ਜਾ ਰਹੀਆਂ, ਬਟ ਪੈਰਾਫਰੇਜ਼ ਵੀ ਸਿੱਖਣਾ ਆਉਣਾ ਚਾਹੀਦਾ ਕਿ ਕਿੱਦਾਂ ਕਰਨਾ ਹੈ, ਠੀਕ ਹੈ ਜੀ। ਇਹ ਵੀ ਹੋ ਗਈ ਟੈਂਪਲੇਟ। ਆਪਾਂ ਬਹੁਤ ਕੁਛ ਕਰ ਚੁੱਕੇ ਹਾਂ। ਆਪਾਂ ਓਪੀਨੀਅਨ ਬੇਸ ਦੀ ਟੈਂਪਲੇਟ ਕਰ ਚੁੱਕੇ ਹਾਂ। ਆਪਾਂ ਉਸ ਤੋਂ ਬਾਅਦ ਐਡਵਾਂਟੇਜਸ ਦੀ ਵੀ ਕਰ ਲਈ, ਪ੍ਰੋਬਲਮਸ ਵਾਲੀ ਵੀ ਕਰ ਲਈ, ਐਗਰੀ ਡਿਸਐਗਰੀ ਵੀ ਕਰ ਲਈ,
ਠੀਕ ਹੈ ਜੀ। ਕਾਫੀ ਕੁਝ ਕਰ ਚੁੱਕੇ ਹਾਂ। ਜੇ ਹੁਣ ਤੱਕ ਤੁਹਾਨੂੰ ਵੀਡੀਓ ਦੀ ਪੂਰੀ ਸਮਝ ਲੱਗ ਗਈ ਹੈ, ਜੋ ਮੈਂ ਪੜਾਇਆ ਸਮਝ ਲੱਗਿਆ, ਤੁਸੀਂ ਤਿਆਰੀ ਵੀ ਕਰ ਲਈ ਹੈ, ਤੁਸੀਂ ਪ੍ਰੈਕਟਿਸ ਵੀ ਕਰ ਲਈ ਹੈ 2-3 ਵਾਰ, ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਜੇ ਵਧੀਆ ਲੱਗਿਆ ਹੋਏ ਅੱਗੇ ਵਾਲੀ ਜੋ ਸੀਰੀਜ਼ ਵਿੱਚ BP 1 2 3 ਦੀਆਂ ਜਾਂ ਐਂਡ ਕਨਕਲੂਜਨ ਦੀਆਂ ਟੈਂਪਲੇਟਸ ਹੋਣਗੀਆਂ ਉਹ ਵੀ ਦੇਖਣੀਆਂ ਹੋਣ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ, ਤਾਂ ਕਿ ਤੁਸੀਂ ਨੋਟੀਫਾਈਡ ਰਹੋ ਜਦੋਂ ਵੀ ਆਏ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ। ਅੱਗੇ ਆਪਦੇ ਫਰੈਂਡਸ ਦੀ ਹੈਲਪ ਕਰ ਸਕਦੇ ਹੋ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਹੈ। ਜੇ ਤੁਹਾਨੂੰ ਇਹ ਵਾਲੇ ਟੈਂਪਲੇਟਸ ਈਜ਼ੀ ਲੱਗਦੇ ਆ, ਤੁਹਾਨੂੰ ਟ੍ਰਾਂਸਲੇਸ਼ਨ ਸਮਝ ਲੱਗ ਗਈ ਹੈ, ਤਾਂ ਉਹਨਾਂ ਨੂੰ ਵੀ ਤੁਸੀਂ ਸੁਜੈਸਟ ਕਰ ਸਕਦੇ ਕਿ ਹਾਂ ਇਹ ਵਾਲੀ ਵੀਡੀਓਜ਼ ਨੂੰ ਤੁਸੀਂ ਦੇਖ ਸਕਦੇ ਹੋ ਤਾਂ ਕਿ ਤੁਹਾਨੂੰ ਸਮਝ ਲੱਗ ਜੇ।